ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੜਮ ਕੜਮ ਕਰਦੀਆਂ ਖਾਲਸਾ ਕੜਮ ਕੜਮ ਕਰਦੀਆਂ। ਖਾਲਸਾ ਵਾਹਿਗੁਰੂ। ਇਹ ਮੇਰੇ ਖਰਚ ਮੈਂ 500 ਰੁਪਏ ਫਤਿਹ ਤੇ ਲਾਇਆ ਨਾ, ਵੇਖੀ ਅੱਧੀਆਂ ਉੱਡ ਜਾਣੀਆਂ ਚੋਂ। मैं गाना सुनना कहना बेबे नहीं मैं संत बनूंगा, बंदा बड़ा चलंत बनूंगा नहीं, उच्चा लम्मा चोला पा के गल विच लंबियां माला पा के। है माता? हाँ जी नेजर साहब की विचार है? बिल्कुल ठीक है मैंने भी चेला रख लियो। चलो जी, हसना खेडना किते मन दा चाहो, हसना चाहिए है ना। गुरकबीर जी वाहिगुरू खालसा गुरकबीर जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਠੀਕ ਹੈ ਬੋਲੀ। ਆਪਾਂ ਅੱਜ 15ਵਾਂ ਜਿਹੜਾ ਹੈਗਾ ਆਨੰਦ ਸਾਹਿਬ ਦਾ 15ਵਾਂ ਅੰਕ ਜਿਹੜਾ ਹੈਗਾ 219 ਅੰਗ ਦੇ ਉੱਤੇ 15ਵਾਂ ਅੰਕ ਹੈਗਾ, ਉੱਥੋਂ ਸ਼ੁਰੂ ਕਰਨਾ ਹੈ ਗਿਆਨ। ਜਿਵ ਤੂੰ ਚਲਾਵੇਂ ਜਿਉਂ ਤੂੰ ਚਲਾਵੇਂ ਚਲਾਏ ਤਿਵ ਚੱਲ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਇੱਥੋਂ ਸ਼ੁਰੂ ਕਰਨਾ ਹੈ ਜੀ। ਇਸ ਤੋਂ ਪਹਿਲਾਂ ਨਿੱਜਰ ਸਾਹਿਬ। ਹਾਂਜੀ 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 ਨਿੱਜਰ ਸਾਹਿਬ, ਇਹ ਕੱਲ ਵਾਲੇ ਅੰਗ ਤੋਂ ਹੀ ਹੈ ਨਾ? ਹਾਂ 919। ਅੱਛਾ ਰਿਕਾਰਡਿੰਗ ਦੇ ਨਿੱਜਰ ਸਾਹਿਬ ਦੁਬਾਰਾ ਕਰ ਲਿਓ, ਹੁਣ ਚਾਲੂ। ਉਹ ਪਹਿਲੀ ਕੈਂਸਲ ਕਰ ਦਿਓ ਪਲੀਜ਼। ਮੈਂ ਕਰਤੀ ਆ? ਹਾਂ ਹਾਂ। ਉਹ ਪ੍ਰਾਈਵੇਟ ਕਨਵਰਸੇਸ਼ਨ ਨਾ ਪਾਇਆ ਕਰੋ। ਨਹੀਂ 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 ਉਹ ਨਹੀਂ ਹੋ ਪਾਈ, ਉਹ ਕਰਤੀ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਤੇ ਹੁਣ ਆਪਾਂ ਜਿਹੜੇ ਹੈਗੇ ਇਹਦੇ ਚ ਮਹਾਰਾਜ ਨੇ ਇਸ ਤੋਂ ਪਹਿਲਾਂ ਜਿਹੜਾ ਹੈਗਾ 14ਵੇਂ ਅੰਕ ਦੇ ਵਿੱਚ ਦੱਸਿਆ ਆਪਾਂ ਨੂੰ ਬਈ ਸੰਸਾਰ ਦੇ ਵਿੱਚ ਜਿਹੜੇ ਹੈਗੇ ਆ ਇੱਕ ਰਸਤਾ ਹੈਗਾ। ਆ ਸਾਰੇ 13 ਅੰਗ ਤੱਕ ਜਿਹੜੇ ਆ 13 ਅੰਕ ਜਿਹੜੇ ਹੋ ਗਏ ਆ ਇਹਦੇ ਆਨੰਦ ਸਾਹਿਬ ਦੇ, ਇਹਦੇ ਵਿੱਚ ਦੱਸੇ ਮਹਾਰਾਜ ਨੇ ਬਈ ਭਗਤੀ ਜੇ ਤੂੰ ਹੁਣ ਕਰਨ ਦਾ ਤੇਰੇ ਅੰਦਰ ਸ਼ੌਕ ਆ ਗਿਆ ਆ ਤੇ ਅੰਮ੍ਰਿਤ ਪਾਉਣ ਦਾ ਗੁਰੂ ਕੋਲੋਂ ਤੇਰੇ ਅੰਦਰ ਇੱਛਾ ਜਾਗ ਪਈ ਆ ਤੇ ਜਨਮ ਸਫਲ ਕਰਨਾ ਚਾਹੁੰਦਾ ਆ ਤੇ ਭਾਈ ਭਗਤਾਂ ਦੀ ਚਾਲ ਨਿਰਾਲੀ ਹੈਗੀ ਆ ਤੇ ਔਖਾ ਕੰਮ ਹੈਗਾ। ਇਹ ਲੱਭ ਲੋਭ ਅਹੰਕਾਰ ਤ੍ਰਿਸ਼ਨਾ ਇਹਨੂੰ ਛੱਡਣਾ ਪੈਣਾ ਹੈ ਭਾਈ, ਤਜਣਾ ਪੈਣਾ ਆ। ਔਰ ਜ਼ਿਆਦਾ ਬੋਲਣਾ ਵੀ ਨਹੀਂ, ਔਰ ਬਹੁਤ ਹੀ ਜਿਹੜੀ ਹੈਗੀ ਖੰਡੇ ਤੋਂ ਵੀ ਤਿੱਖੀ ਤੇ ਬਾਲ ਤੋਂ ਵੀ ਨਿੱਕੀ ਜਿਹੜੀ ਹੈਗੀ ਇਹ ਰਸਤਾ ਹੈਗਾ, ਇਸ ਤੇ ਚੱਲਣਾ ਪੈਣਾ ਹੈ ਤੇ ਹਉਮੈ ਨੂੰ ਛੱਡਣਾ ਪੈਣਾ ਆ। ਤਾਂ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਅੰਦਰ ਆਏਗਾ, ਤਾਂ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ ਉਹ ਖੁਸ਼ਬੂ ਤੇਰੇ ਅੰਦਰ ਆ ਜਾਏਗੀ ਭਾਈ, ਔਰ ਇਹ ਵਾਸਨਾ ਜਿਹੜੀ ਚਲੀ ਜਾਏਗੀ। ਅੰਦਰ ਮੁਸ਼ਕ ਚੋਂ ਘੋਲਿਆ ਸਭ ਜਨਮ ਧਨ ਧਾਨਾ। ਤੇ ਚਾਲ ਜੁਗਾਂ ਜੁਗਾਂ ਤੋਂ ਨਿਰਾਲੀ ਹੈ, ਹਰੇਕ ਯੁੱਗ ਦੇ ਵਿੱਚ ਆਹੀ ਚਾਲ ਆ, ਆਹੀ ਰਸਤਾ ਹੈ। ਜਿਹੜਾ ਮਰਜ਼ੀ ਯੁੱਗ ਹੋਏ ਇਹ ਪ੍ਰੇਮ ਭਗਤੀ ਧਿਆਨ ਸਿਮਰਨ ਇਸੇ ਦੇ ਦੁਆਰਾ ਜਿਹੜੀ ਹੈਗੀ ਆ ਇਹ ਖੇਡ ਜਿਹੜੀ ਹੈਗੀ ਜਿੱਤੀ ਜਾ ਸਕਦੀ ਆ। ਇਹ ਬੂੰਦ ਸਾਗਰ ਦੇ ਵਿੱਚ ਪੈ ਸਕਦੀ ਆ, ਹੋਰ ਕੋਈ ਰਸਤਾ ਨਹੀਂ ਹੈਗਾ। ਇੱਕ ਰਸਤਾ ਬਾਹਰ ਨੂੰ ਜਾਂਦਾ ਹੈ, ਜੂਨਾਂ ਦੇ ਵਿੱਚ ਜਾਂਦਾ ਹੈ, ਚੱਕਰ ਜਿਹੜਾ ਹੈਗਾ ਜਨਮ ਮਰਨ ਦਾ ਚੱਕਰ ਉਹਦੇ ਵੱਲ ਨੂੰ ਜਾਂਦਾ ਹੈ। ਇੱਕ ਰਸਤਾ ਜਿਹੜਾ ਹੈਗਾ ਜਿਹੜਾ ਹੈਗਾ ਜਿਹੜਾ ਮਾਲਕ ਵੱਲ ਨੂੰ ਆਤਮਾ ਵੱਲ ਨੂੰ ਜਿਹੜਾ ਰਸਤਾ ਜਾਂਦਾ ਹੈ ਭਾਈ, ਇਹ ਜਿਹੜਾ ਹੈਗਾ ਔਖਾ ਕੰਮ ਹੈਗਾ, ਇਹ ਨਿਰਾਲਾ ਕੰਮ ਹੈਗਾ, ਉਲਟ ਹੈਗਾ ਉਸ ਤੋਂ। ਦੋ ਰਸਤੇ ਆ ਭਾਈ। ਚਲਾਉਣ ਵਾਲਾ ਮਾਲਕ ਪਰਮਾਤਮਾ ਹੈਗਾ, ਉਹ ਕਹਿੰਦਾ ਮੈਨੂੰ ਤੇਰੇ ਵੱਲੋਂ ਦੱਸ ਦੇ ਤੂੰ ਕਿਹੜੇ ਰਸਤੇ ਤੇ ਤੁਰਨਾ ਚਾਹੁੰਦਾ ਹੈ ਮਿੱਤਰਾ। ਜਿੱਧਰ ਨੂੰ ਤੇਰੀ ਇੱਛਾ ਹੈਗੀ, ਜਿਹੜਾ ਪੈਰ ਮਰਜੀ ਚੱਕ ਲਾ, ਤੇਰੀ ਆਪਣੀ ਚੁਆਇਸ ਹੈਗੀ। ਭੁਗਤਾਨ ਤੂੰ ਕਰਨਾ ਆ ਤੇ ਮੈਂ ਆਪੇ ਵਸੂਲੀ ਕਰ ਲੈਣੀ ਆ, ਵਸੂਲੀ ਮੈਂ ਕਰ ਲੈਣੀ ਆ। ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਇਹਦੇ ਚ ਮਹਾਰਾਜ ਜਿਹੜੇ ਹੈਗੇ ਬੇਨਤੀ ਕਰ ਰਹੇ ਆ ਮਾਲਕ ਪਰਮਾਤਮਾ ਨੂੰ ਬਈ ਜਿਸ ਤਰ੍ਹਾਂ ਦੇ ਤੂੰ ਜੇ ਦੋ ਰਸਤੇ ਰੱਖੇ ਆ ਮਾਲਕਾ, ਇਹਨਾਂ ਦੇ ਤੂੰ ਹੀ ਚਲਾਉਣਾ ਆ। ਦੋ ਹੀ ਰਸਤੇ ਰੱਖੇ, ਤੀਸਰਾ ਕੋਈ ਰਸਤਾ ਬਣਾ ਨਹੀਂ ਸਕਦਾ ਆਪਣੀ ਮਰਜ਼ੀ ਦੇ ਨਾਲ। ਹਾਂ ਤੂੰ ਤੀਸਰਾ ਚੌਥਾ ਪੰਜਵਾਂ ਜਿੰਨੇ ਬਣਾਏਗਾ ਤੇ ਤੇਰੇ ਬਣ ਜਾਣਗੇ। ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਔਰ ਇਸ ਤੋਂ ਇਲਾਵਾ ਮਾਲਕਾ ਮੈਂ ਤੇਰੇ ਗੁਣ ਜਿਹੜਾ ਹੈਗਾ, ਮੈਂ ਤਾਂ ਕਿਰਤ ਹੈਗਾ ਆ, ਮੇਰਾ ਕੀ ਹਸਤੀ ਹੈਗੀ ਆ, ਮੈਂ ਕੌਣ ਹੁੰਨਾ ਆ, ਮੈਂ ਤੈਨੂੰ ਜਾਣ ਸਕਾਂ, ਤੇਰੇ ਗੁਣਾਂ ਨੂੰ ਜਾਣ ਸਕਾਂ ਮਾਲਕਾ।
ਵੀ ਤੂੰ ਕੀ ਕਰਦਾ ਹੈ, ਕੀ ਚਾਹੁੰਦਾ ਆ, ਕਿਸ ਤਰ੍ਹਾਂ ਕੰਮ ਕਰਦਾ ਹੈ, ਮੈਂ ਕੀ ਜਾਣ ਸਕਦਾ ਇਸ ਚੀਜ਼ ਨੂੰ। ਜਿਵ ਤੂੰ ਚਲਾਏ ਤੇ ਵਹ ਚੱਲੈ, ਜਿੰਨਾ ਮਾਰਗ ਪਾਵੇਂ। ਹਾਂ, ਇਹ ਜਿਹੜੀ ਭਗਤਾਂ ਦੀ ਚਾਲ ਨਿਰਾਲੀ ਹੈਗੀ ਆ, ਇਸ ਤੇ ਤੂੰ ਹੀ ਚਲਾਉਣਾ ਹੈ। ਜਿਵ ਤੂੰ ਚਲਾਏ, ਚਲਾਉਣ ਵਾਲਾ ਤੂੰ ਹੈਗਾ ਹੈ, ਚੱਲਣ ਵਾਲੇ ਜੀਵ ਹੈਗੇ ਆ ਮਨੁੱਖੀ ਸਰੀਰ ਦੇ ਵਿੱਚ। ਜਿੰਨਾ ਮਾਰਗ ਭਾਵੇ, ਜਿਨ੍ਹਾਂ ਨੂੰ ਤੂੰ ਇਸ ਰਸਤੇ ਤੇ, ਸਿੱਧੇ ਮਾਰਗ ਦੇ ਉੱਤੇ ਸਹੀ ਰਸਤੇ ਤੇ ਪਾਉਣਾ ਆ। ਤੇਰੇ ਵੱਲੋਂ ਇੱਕ ਸਹੀ ਰਸਤਾ ਬਣਾਇਆ, ਇੱਕ ਪੁੱਠਾ ਰਸਤਾ ਬਣਾਇਆ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਹੜਾ ਸਿੱਧਾ ਰਸਤਾ ਹੈ, ਜਿਹੜਾ ਧਿਆਨ ਸਿਮਰਨ ਵਾਲਾ, ਉਹਨਾਂ ਨੂੰ ਨਾਮ ਦੇ ਵਿੱਚ, ਧਿਆਨ ਸਿਮਰਨ ਦੇ ਵਿੱਚ ਲਾ ਦਿੰਦਾ ਹੈ। ਉਹ ਹਰ ਹਰ ਸਦਾ ਧਿਆਵੇ, ਉਹ ਧਿਆਨ ਸਿਮਰਨ ਦੇ ਵਿੱਚ ਲੱਗ ਜਾਂਦੇ ਆ। ਲਾਉਣਾ ਤੂੰ ਹੈਗਾ। ਡਿਮਾਂਡ ਜਿਹੜੇ ਹੈਗੇ ਆ, ਡਿਮਾਂਡ ਜਿਹੜੀ ਆ ਅਸੀਂ ਕਰਨੀ ਹੈ। ਜਿਸ ਨੂੰ ਕਿਵੇਂ ਲਾਉਣਾ ਹੈ ਇਸ ਰਸਤੇ ਤੇ, ਕੀ ਹੋ ਜਾਂਦਾ ਹੈ, ਸਟਾਰਟਿੰਗ ਕਿਵੇਂ ਹੋ ਜਾਂਦੀ ਆ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ ਪਾਵੇ। ਕਹਿੰਦੇ ਜਿਨ੍ਹਾਂ ਨੂੰ ਤੂੰ ਜਿਹੜਾ ਹੈਗਾ ਇਹ ਗਿਆਨ ਦਿੰਨਾ ਆ, ਇਹ ਗੁਰੂ ਦੀ ਮੱਤ ਸੁਣਾਉਣਾ ਆ, ਉਹ ਜਿਹੜੇ ਹੈਗੇ ਗੁਰੂ ਦੇ ਕੋਲੋਂ ਜਿਹੜੇ ਹੈਗੇ ਆ ਸੁਖ ਪਾ ਲੈਂਦੇ ਆ ਭਾਈ। ਇਸ ਰਸਤੇ ਤੇ ਚੱਲ ਕੇ ਸੁਖੀ ਹੋ ਜਾਂਦੇ ਆ, ਅੰਮ੍ਰਿਤ ਲੱਭ ਲੈਂਦੇ ਆ, ਅਮਰ ਹੋ ਜਾਂਦੇ ਆ। ਇਹ ਤੇਰੀ ਕਿਰਪਾ ਹੈਗੀ। ਜਿਹੜਾ ਕਿਰਪਾ ਚਾਹੁੰਦਾ ਹੈ, ਕਿਰਪਾ ਦਾ ਪਾਤਰ ਬਣਦਾ ਹੈ, ਉਹਨੂੰ ਉਸ ਤੇ ਕਿਰਪਾ ਹੋ ਜਾਂਦੀ ਹੈ। ਚੁਆਇਸ ਜਿਹੜੀ ਹੈਗੀ ਆ ਜੀਵਾਂ ਦੀ ਹੈ, ਇਨਸਾਨ ਦੇ ਜਾਮੇ ਦੇ ਵਿੱਚ ਹੈ। ਇਸ ਚੁਆਇਸ ਦੇ ਨਾਲ ਹੀ ਆਪਾਂ ਜਿਹੜੇ ਹੈਗੇ ਆ ਇਹ ਜਿਹੜੀ ਇਸ ਖੇਲ ਤੋਂ ਨਿਕਲ ਸਕਦੇ ਹਾਂ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਵਹ ਚਲਾਵੇਂ। ਹੁਣ ਇੱਥੇ ਫੇਰ ਫਸ ਜਾਣਾ ਇਹਨਾਂ ਨੇ, ਫੱਟ ਦੇਣੀ, ਪਤਲੀ ਗਲੀ ਤੋਂ ਨਿਕਲ ਜਾਣਾ ਹੈ। ਜਿਉਂ ਭਾਵੈ ਤੇ ਮੈਂ ਚਲਾਵੇਂ। ਮਾਲਕ ਦੀ ਮਰਜ਼ੀ ਹੈ ਜੀ, ਸਾਨੂੰ ਕੀ ਹੈ ਹੁਣ। ਤਾਂ ਸਾਨੂੰ ਤਾਂ ਕਹਿੰਦਾ ਹੈ ਕਿ ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ। ਆ ਜਗ ਮਿੱਠਾ, ਅਗਲਾ ਕਹਿੰਦੇ ਜਿੱਠਾ। ਕਹਿੰਦੇ ਹੁਣ ਤਾਂ ਐਸ਼ ਕਰੋ ਕਹਿੰਦੇ ਆ। ਜਦ ਮਾਲਕ ਨੂੰ ਭਾਊਗਾ ਤੇ ਫਿਰ ਉਹ ਸਾਨੂੰ ਵੀ ਲਾ ਲੂਗਾ ਇਸ ਪਾਸੇ। ਹਾਂ, ਇਸ ਤਰ੍ਹਾਂ ਦੀ ਜਿਹੜੀ ਹੈਗੀ ਭਾਈ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਮੈਂ ਚਲਾਵੇ। ਕਹਿੰਦੇ ਜਿਹੀ ਜੀ ਡਿਮਾਂਡ ਆਉਂਦੀ ਆ, ਉਹੇ ਜਿਹਾ ਤੂੰ ਚਲਾ ਦਿੰਦਾ, ਉਸ ਰਸਤੇ ਤੇ ਤੂੰ ਚਲਾ ਦਿੰਦਾ ਹੈ। ਮਾਲਕ ਨੂੰ ਦੋਨੋਂ ਪਾਉਂਦੇ ਆ, ਜਿਹੜੇ ਮਰਜ਼ੀ ਰਸਤੇ ਤੇ ਡਿਮਾਂਡ ਕਰ ਲਓ, ਮਾਲਕ ਦੋਨਾਂ ਦੇ ਵਿੱਚ ਖੁਸ਼ ਹੈਗਾ। ਖੇੜਿਆ ਮਾਲਕ ਦੀ। ਜੇ ਮਾਲਕ ਇੱਕੋ ਰਸਤੇ ਤੇ ਖੁਸ਼ ਹੁੰਦਾ ਤੇ ਦੂਜਾ ਤਾਂ ਬਣਾਉਂਦਾ ਹੀ ਨਹੀਂ। ਫਿਰ ਦੂਜੇ ਦੇ ਵਿੱਚ ਸਾਰੇ ਨਿਕਲਾਏ ਸੀਗੇ, ਫਿਰ ਤਾਂ ਫਿਰ ਖੇਡ ਕਾਦੀ ਹੋਈ। ਫਿਰ ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਮੈਂ ਚਲਾਵੇ। ਹਾਂਜੀ ਗੁਰਕੀ ਸਾਹਿਬ। ਹਾਂਜੀ ਨੇਜਾ ਸਾਹਿਬ। ਜਿਉਂ ਤੂੰ ਚਲਾਏ, ਠੀਕ ਹੈ ਜੀ, ਤੇ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਬਿਲਕੁਲ ਦੇਖ ਲਓ। ਆਹ ਕਹਿੰਦੇ ਕਿ ਜਿੱਦਾਂ ਤੂੰ ਚਲਾਵੇਂ ਹਨਾ, ਹਾਂ, ਤੇ ਚੱਲੇ ਸੁਆਮੀ, ਤੇ ਹੋਰ ਕਿਆ ਜਾਣੇ ਗੁਣ ਤੇਰੇ। ਜਿੱਦਾਂ ਤੈਨੂੰ ਪਾਉਂਦਾ ਤੂੰ ਚਲਾਉਣਾ ਹਨਾ। ਹਾਂ, ਚਲਾਉਣਾ ਮਾਲਕ ਨੇ। ਕੀ ਮਤਲਬ ਹੈ? ਚਲਾਉਣਾ ਮਾਲਕ ਨੇ ਹੈ ਗੁਰਕੀ ਸਾਹਿਬ, ਤੇ ਚੱਲਣਾ ਜੀਵਾਂ ਨੇ ਹੈਗਾ। ਆਪਾਂ ਤੇ ਡਿਮਾਂਡ, ਆਪਣੀ ਡਿਮਾਂਡ ਦੇ ਉੱਤੇ ਮਾਲਕ ਨੇ ਚਲਾਉਣਾ ਹੈ। ਜੋ ਆਪਾਂ ਦੋਨੋਂ ਰਸਤੇ 'ਚ ਜਿਹੜਾ ਪੈਰ ਚੱਕਦੇ ਆ, ਉਸੇ ਪਾਸੇ ਨੂੰ ਚਲਾ ਦਿੰਦਾ ਉਹ। ਬਿਲਕੁਲ ਠੀਕ ਹੈ। ਅੱਛਾ, 1 ਮਿੰਟ ਲਾਵਾਂਗੇ ਨੇਜਾ ਸਾਹਿਬ, ਇਸ ਸਬਜੈਕਟ ਨੂੰ ਥੋੜਾ ਆਪਾਂ ਹੋਰ ਚੰਗੇ ਤਰੀਕੇ ਨਾਲ ਖੋਲੀਏ। ਹਾਂਜੀ। ਅੱਜ ਮੈਂ ਇੱਕ ਮੈਪ ਬਣਾਇਆ ਛੋਟਾ ਜਿਹਾ। ਮਤਲਬ ਮੈਂ ਮਹਿਸੂਸ ਕਰਦਾ ਕਿ ਜਿਹੜਾ ਗਿਆਨ ਹੈ ਨਾ, ਗਿਆਨ ਕੋਈ ਬੋਲਣ ਜਾਂ ਸੁਣਨ ਦਾ ਵਿਸ਼ਾ ਨਹੀਂ। ਇਹ ਗਿਆਨ ਜਿਹੜਾ ਨਾ ਸਾਡੇ ਅੰਤਰਾਕਰਨ, ਸਾਡੀ ਜਦੋਂ ਬੁੱਧੀ ਸਾਫ਼ ਹੋ ਜਾਂਦੀ ਨਾ, ਵਿਵੇਕ ਬੁੱਧੀ ਮਿਲ ਜਾਂਦੀ ਹੈ ਨਾ, ਤੇ ਉਦੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ। ਮਤਲਬ ਜੇ ਆਪਾਂ ਕਿਤਾਬਾਂ ਪੜ੍ਹਿਆ, ਆਪਣਾ ਜੀਵਨ ਨੂੰ ਬਦਲ ਲੈਂਦੇ ਆ, ਤੇ ਉਹ ਫਿਰ ਸਾਰੀ ਦੁਨੀਆ ਨਹੀਂ ਚੇਂਜ ਹੋ ਜਾਣਾ ਸੀ। ਪਰ ਏਦਾਂ ਹੁੰਦਾ ਨਹੀਂ ਆ ਹਨਾ। ਤੇ ਬਾਣੀ 'ਚ ਕਈ ਜਗ੍ਹਾ ਇਹ ਵੀ ਲਿਖਿਆ ਕਿ ਜਾਣ ਕੇ ਵੀ ਅਵਗਣ ਕਰਦਾ ਹੈ ਬੰਦਾ। ਇਹ ਨਹੀਂ ਕਿ ਇਹਨੂੰ ਪਤਾ ਨਹੀਂ ਆ, ਪਤਾ ਇਹਨੂੰ, ਫਿਰ ਵੀ ਪੈਸੇ ਚੁੱਕ ਲੈਂਦਾ, ਮਾੜੇ ਪੈਸੇ ਕਰ ਲਿਆ ਜਾਣ ਕੇ। ਉਹਦਾ ਕਾਰਨ ਇਹ ਹੁੰਦਾ ਵਾ ਕਿ ਉਹ ਅੰਦਰੋਂ ਪਾਵਰ ਹੈਗੀ ਆ ਜਿਹੜੀ ਇਹਨੂੰ
ਜਿਹੜੀ ਇਹਨੂੰ ਸਮਝਾਉਂਦੀ ਆ, ਕਨਵਿੰਸ ਕਰਦੀ ਆ। ਤੇ ਪਰ ਇਹ ਚੰਗੀ ਵੀ ਪਾਵਰ ਹੈਗੀ ਆ, ਪਰ ਚੰਗੀ ਦੀ ਜਗ੍ਹਾ ਮਾੜੀ ਦੀ ਗੱਲ ਸੁਣ ਲੈਂਦਾ, ਹਨਾ ਨਿੱਜਰ ਸਾਹਿਬ? ਠੀਕ ਹੈ ਗੋਰਖ ਸਾਹਿਬ, ਦੋਨੋਂ ਜਿਹੜੇ ਗਿਆਨ ਅਵੇਲੇਬਲ ਹੈਗੇ, ਬ੍ਰਹਮ ਗਿਆਨ ਵੀ ਅਵੇਲੇਬਲ ਹੈਗਾ ਤੇ ਦੂਜਾ ਜਿਹੜਾ ਹੈਗਾ ਮਾਇਆ ਵਾਲਾ ਜਿਹੜਾ ਹੈਗਾ ਉਹ ਵੀ ਅਵੇਲੇਬਲ ਹੈਗਾ। ਤੇ ਤਾਂ ਹੀ ਇਨਸਾਨ ਨੂੰ ਪਤਾ ਤਾਂ ਹੀ ਲੱਗਦਾ, ਤਾਂ ਹੀ ਇਨਸਾਨ ਜਿਹੜਾ ਹੈਗਾ ਉਹਨੂੰ ਦੋਨੋਂ ਰਸਤੇ ਪਤਾ ਲੱਗਦੇ ਆ। ਤੇ ਤਾਂ ਜਿਹੜਾ ਹੈਗਾ ਉਹਨੂੰ ਉਹ ਜਿਹਦੇ ਅੰਦਰ ਜਿਹੜਾ ਹੈਗਾ ਜਿਸ ਵੱਲ ਨੂੰ ਜਾਣ ਨੂੰ, ਕਿਉਂਕਿ ਉਹ ਮਾਇਆ ਦੇ ਵਿੱਚ ਤਾਂ ਦੇਖ ਲੈਂਦਾ ਹੈ ਵੀ ਮਾਇਆ 'ਚ ਤਾਂ ਜਿਹੜਾ ਹੈਗਾ ਖਚਤ ਹੋ ਕੇ ਸੁੱਖ ਤਾਂ ਲੱਭ ਨਹੀਂ ਰਿਹਾ ਤੇ ਸਰੀਰ ਜਿਹੜਾ ਹੈਗਾ ਉਹ ਜਾ ਰਿਹਾ ਹੈ। ਤੇ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਉਹ ਫਿਰ ਜਿਹੜੇ ਹੈਗੇ ਉਹ ਗਿਆਨ ਵਾਲੇ ਰਸਤੇ ਤੇ ਉਹ ਚੁਆਇਸ ਕਰ ਦਿੰਦੇ ਆ, ਮਾਲਕ ਉਹਨਾਂ ਨੂੰ ਫਿਰ ਮਿਲਾ ਦਿੰਦਾ ਹੈ ਬ੍ਰਹਮ ਗਿਆਨੀ, ਬ੍ਰਹਮ ਗਿਆਨ ਦੇ ਇਹ ਗੁਰਮਤ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਅੱਛਾ, ਮੈਂ ਸੋਚਦਾ ਨਿੱਜਰ ਸਾਹਿਬ ਥੋੜਾ ਜਿਹਾ ਆਪਾਂ ਇਸ ਚੀਜ਼ ਨੂੰ ਹੋਰ ਸਿੰਪਲੀਫਾਈ ਕਰਦੇ ਹਾਂ। ਮੈਂ ਸੋਚਦਾ ਕਿ ਜਿੱਦਾਂ ਜੀਵਨ ਹੈ ਨਾ, ਜਿਹੜਾ ਸਾਡਾ ਇੱਕ ਜੀਵਨ ਹੈ, ਉਹ ਇੱਕ ਨਦੀ ਦੀ ਧਾਰਾ ਵਾ। ਜਿੱਦਾਂ ਨਦੀ ਚੱਲਦੀ ਹੈ, ਦੇਖੋ ਕਿੰਨੀ ਖੂਬਸੂਰਤ ਚੱਲਦੀ ਹੈ ਤੇ ਸਾਰਿਆਂ ਨੂੰ ਚੰਗੀ ਲੱਗਦੀ ਹੈ, ਔਰ ਉਹਦਾ ਪਾਣੀ ਨੂੰ ਕੋਈ ਪ੍ਰੋਬਲਮ ਵੀ ਨਹੀਂ। ਔਰ ਇਸੇ ਤਰ੍ਹਾਂ ਮੈਂ ਸੋਚਦਾ ਕਿ ਜਿਹੜੀ ਸਾਡੀ ਸੁਰਤੀ ਹੈ ਉਹ ਇੱਕ ਨਦੀ ਹੈ, ਨਦੀ ਦਾ ਪ੍ਰਵਾਹ ਆ, ਔਰ ਉਹ ਨਿਰੰਤਰਨ ਮਤਲਬ ਉਹ ਚੇਤਨ ਸਤਾ ਵੱਲ ਗਤੀ ਕਰਦੀ ਹੈ। ਜਿੱਦਾਂ ਕਿ ਨਦੀ ਆ, ਨਦੀ ਦੇ ਵਿੱਚ ਹੁਣ ਲਾ ਲਓ, ਰਾਹ ਦੇ ਵਿੱਚ ਜਦੋਂ ਨਦੀ ਦਾ ਪਾਣੀ ਟੁੱਟ ਜਾਂਦਾ ਹੈ ਤੇ ਉਹ ਨਦੀ ਫਿਰ ਉਹ ਪੂਰਨਤਾ 'ਚ ਪ੍ਰਵੇਸ਼ ਨਹੀਂ ਕਰ ਪਾਉਂਦੀ, ਉਹ ਰਾਹ 'ਚ ਹੀ ਰੁਕ ਜਾਂਦੀ ਹੈ। ਜਦੋਂ ਮੰਨ ਲਓ ਉਹਦਾ ਕਿਨਾਰੇ ਟੁੱਟ ਜਾਂਦੇ ਆ ਨਾ, ਮੰਨ ਲਓ ਨਦੀ ਆ, ਕੋਈ ਵੀ ਪਾਣੀ ਹੈ, ਨਦੀ ਦਾ ਪਾਣੀ ਉਹ ਤਦ ਤੱਕ ਨਹੀਂ ਸਮੁੰਦਰ ਤੱਕ ਪਹੁੰਚਦਾ ਜਦ ਤੱਕ ਉਹ ਮਰਿਆਦਾ ਦੇ ਵਿੱਚ ਇੱਕ ਸਿਸਟਮ ਦੇ ਵਿੱਚ ਨਹੀਂ ਚੱਲਦੀ। ਨਦੀ ਮਤਲਬ ਉਹ ਕਿਨਾਰਿਆਂ ਦੇ ਵਿੱਚ ਹੁੰਦੀ ਉਹ ਜਦੋਂ ਵੇਖੋ ਇੱਕ ਪੂਰਨਤਾ ਨੂੰ ਪ੍ਰਾਪਤ ਕਰਦੀ ਔਰ ਆਖਰ 'ਚ ਸਮੁੰਦਰ 'ਚ ਲੀਨ ਹੋ ਜਾਂਦੀ। ਇਸੇ ਤਰ੍ਹਾਂ ਮੈਂ ਇਹ ਮਹਿਸੂਸ ਕਰਦਾ ਕਿ ਜਿੱਦਾਂ ਜੀਵ ਦੀ ਚੇਤਨਾ ਵਾ, ਇਹ ਵੀ ਇੱਕ ਨਦੀ ਵਾ। ਜਿੰਨਾ ਚਿਰ ਤੱਕ ਇਹ ਤੇ ਬ੍ਰਹਮ ਵੱਲ ਚੱਲਦੀ ਆ ਤੇ ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਇਹ ਨਦੀ ਜਿਹੜੀ ਆ ਆਪਣਾ ਰੂਪ ਖੋਹ ਲੈਂਦੀ ਹੈ, ਇਹ ਕੀ ਕਰਦੀ ਆ, ਇਹ ਕਾਮ, ਕ੍ਰੋਧ, ਰੋਗ, ਮੋਹ, ਹੰਕਾਰ ਦੇ ਵਿੱਚ ਜਦੋਂ ਚੱਲ ਜਾਂਦੀਆਂ ਤੇ ਇਹ ਨਦੀ ਦੀ ਜਿਹੜੀ ਸਾਡੀ ਚੇਤਨਾ ਦੀ ਨਦੀ ਉਹ ਰੁਕ ਜਾਂਦੀ ਹੈ। ਉਹਦਾ ਪ੍ਰਵਾਹ ਜਿਹੜਾ ਨਾ, ਉਹਦਾ ਜਿਹੜਾ ਵੇਗ ਆ ਉਹ ਰੁਕ ਜਾਂਦਾ। ਔਰ ਫਿਰ ਇਸੇ ਕਰਕੇ ਜੀਵ ਦੇ ਜੀਵਨ ਚ ਟੁੱਟ ਗਿਆ। ਜਿੰਨਾ ਚਿਰ ਤੱਕ ਦੇਖੋ ਕੋਈ ਵੀ ਚੀਜ਼ ਆ, ਹੁਣ ਨਦੀ ਦਾ ਪਾਣੀ ਵੇਖ ਲਈਏ, ਉਹ ਚੱਲੀ ਜਾਵੇ ਤਾਂ ਕਦੇ ਬਦਬੂ ਨਹੀਂ ਆਉਂਦੀ। ਪਰ ਜਦੋਂ ਨਿੱਜਰ ਸਾਹਿਬ ਨਦੀ ਦਾ ਪਾਣੀ ਰੁਕ ਜਾਂਦਾ ਹੈ, ਵੇਖੋ ਪਾਣੀ ਤੇ ਸੜਨ ਪੈਦਾ ਹੋ ਜਾਂਦਾ। ਇਸੇ ਤਰ੍ਹਾਂ ਜੀਵ ਹੈ, ਜੇ ਤੇ ਜੀਵ ਵਰਤਮਾਨ ਕਾਲ ਚ ਧਾਰਾ, ਜੀਵਨ ਸਾਡਾ ਵੀ ਇੱਕ ਨਿੱਜਰ ਸਾਹਿਬ ਵਰਤਮਾਨ ਕਾਲ ਰੂਪੀ ਧਾਰਾ ਹੈ। ਜਦੋਂ ਤੇ ਅਸੀਂ ਵਰਤਮਾਨ ਚ ਰਹਿੰਦੇ ਹਾਂ ਤੇ ਸਾਡਾ ਜੀਵਨ ਜਿਹੜਾ ਨਾ ਬੜਾ ਉਹ ਪਵਿੱਤਰ ਹੈ, ਉਹਦੇ ਵਿੱਚ ਦੋਸ਼ ਨਹੀਂ ਹੈਗਾ। ਤੇ ਜਦੋਂ ਅਸੀਂ ਵਰਤਮਾਨ ਕਾਲ ਆ ਜਿਹੜੀ ਧਾਰਾ ਵਾ ਉਹਨੂੰ ਛੱਡ ਕੇ ਤੇ ਪਿੱਛੇ ਚੱਲ ਜਾਂਦੇ ਆ ਜਾਂ ਅੱਗੇ ਚੱਲ ਜਾਂਦੇ ਆ, ਉਹਦੇ ਨਾਲ ਕੀ ਹੁੰਦਾ ਨਿੱਜਰ ਸਾਹਿਬ, ਜਿਹੜੀ ਉਹ ਰਿਦਮ ਹੈ ਨਾ, ਰਿਦਮ ਟੁੱਟ ਜਾਂਦੀ ਹੈ। ਹੁਣ ਮੋਸਟਲੀ ਜਾਂ ਤੇ ਅੱਗੇ ਜਾਣ ਦਾ ਵੀ ਅਸੀਂ ਜਦੋਂ ਚਿੰਤਨ ਕਰਦੇ ਹਾਂ, ਭਵਿੱਖ ਦੇ ਬਾਰੇ ਸੋਚਦੇ ਹਾਂ, ਤਾਂ ਵੀ ਅਸੀਂ ਕੁਝ ਏਦਾਂ ਦੇ ਕਰਮ ਕਰ ਸਕਦੇ ਹਾਂ ਜਿਹੜੇ ਕਰਮ ਸਾਨੂੰ ਨਹੀਂ ਕਰਨੇ ਚਾਹੀਦੇ। ਬੰਦਾ ਇਸ ਲਈ ਕਰਦਾ ਨਾ ਕੰਮ ਕੋਈ ਮਾੜੇ, ਭਵਿੱਖ ਦੇ ਬਾਰੇ ਉਹਨੂੰ ਚਿੰਤਾ ਵਾ ਕਿ ਪਤਾ ਨਹੀਂ ਕੱਲ ਨੂੰ ਕੀ ਹੋਣਾ, ਹੋ ਸਕਦਾ ਪੈਸੇ ਮੇਰੇ ਕੋਲ ਨਾ ਹੋਣ ਤੇ ਕਿਉਂ ਨਾ ਮੈਂ ਏਦਾਂ ਇੱਧਰ ਉੱਧਰ ਹੱਥ ਪੱਲਾ ਮਾਰ ਕੇ ਉਹ ਚੀਜ਼ ਮੈਂ ਇਕੱਠੀ ਕਰ ਲਾਂ। ਅਸਲ ਭਵਿੱਖ ਦੀ ਚਿੰਤਾ ਹੈ ਤੇ ਤਾਂ ਹੀ ਉਹ ਏਦਾਂ ਕਰਮ ਕਰਦਾ ਹੈ ਨਾ। ਤੇ ਹੁਣ ਜਿਹੜਾ ਬੀਤਿਆ ਜੀਵਨ ਆ ਉਹਦੇ ਵਿੱਚ ਵੀ ਹੁਣ ਦੇਖ ਲਿਆ ਜਾਈਏ ਤੇ ਦੇਖਿਆ ਜਾਵੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹ ਜਿੱਦਾਂ ਮਤਲਬ ਮੇਰੇ ਹੰਕਾਰ ਨੂੰ ਕਿਨੇ ਠੇਸ ਮਾਰਦੀ ਆ। ਭੂਤਕਾਲ ਦੇ ਵਿੱਚ ਗੱਲ ਹੋਈ ਆ, ਪਰ ਮੇਰਾ ਮਨ ਉੱਥੋਂ ਨਿਕਲਦਾ ਤੇ ਨਹੀਂ ਨਾ। ਬੇਸ਼ੱਕ ਮੇਰੀ ਸੁਰਤੀ ਜਿਹੜੀ ਆ ਉਹ ਅੱਗੇ ਨੂੰ ਜਾਣਾ ਚਾਹੁੰਦੀ ਆ, ਪਰ ਮਨ ਮੇਰਾ ਕੀ ਕਰਦਾ, ਉਹਨੂੰ ਮੋੜ ਲਿਆਉਂਦਾ ਨਿੱਜਰ ਸਾਹਿਬ। ਔਰ ਜਿਹੜੇ ਵਿਸ਼ੇ ਵਿਕਾਰ ਹੈਗੇ ਆ, ਇਹਨਾਂ ਦੇ ਵਿੱਚ ਉਹਨਾਂ ਨੂੰ ਸੁਰਤੀ ਨੂੰ ਰੋਕ ਲੈਂਦਾ। ਇਸੇ ਕਰਕੇ ਸੁਰਤੀ ਜਿਹੜੀ ਆ, ਉਹ ਸੁਰਤੀ ਜੀਵ ਨੂੰ ਧਾਰਮਿਕ ਸਥਾਨਾਂ ਤੇ ਲਈ ਫਿਰਦੀ ਹੈ। ਔਰ ਜੀਵ ਕੀ ਕਰਦਾ ਹੈ ਕਿ ਫਾਰਮੈਲਿਟੀ ਕਰਕੇ ਉੱਥੋਂ ਆ ਜਾਂਦਾ ਹੈ, ਮਤਲਬ ਘੁੰਮ ਘੰਮ ਕੇ ਧਾਰਮਿਕ ਸਥਾਨ ਤੇ ਜਾਂਦਾ ਹੈ। ਔਰ ਜੀਵਨ ਜਿਹੜਾ ਨਾ, ਜੀਵਨ ਨਹੀਂ ਇਹਦਾ ਬਦਲਦਾ, ਇਹ ਜਾਂਦਾ ਜ਼ਰੂਰ ਹੈ। ਉਸ ਆਵਾਜ਼ ਆਉਂਦੀ ਹੁੰਦੀ, ਭਾਵੇਂ ਕੋਈ ਨਾਸਤਿਕ ਵੀ ਹੈ ਨਾ ਨਿੱਜਰ ਸਾਹਿਬ, ਉਹਦੇ ਅੰਦਰੋਂ ਵੀ ਆਵਾਜ਼ ਆਉਂਦੀ ਹੈ।
ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੈ, ਕੁਝ ਗਤੀ ਕਰਨੀ ਹੈ, ਉਹ ਬੰਦਾ ਬੇਸ਼ੱਕ ਉਹਨੂੰ ਕਿਸੇ ਤਰੀਕੇ ਨਾਲ ਉਹਨੂੰ, ਹੁਣ ਦੇਖੋ ਤੁਹਾਡੀਆਂ ਜਿਹੜੀਆਂ ਚੰਗੀਆਂ ਭਾਵਨਾਵਾਂ ਵਾ ਨਿੱਜਰ ਸਾਹਿਬ, ਉਹ ਉਹਨਾਂ ਚਿਰ ਤੱਕ ਸ਼ਾਂਤ ਨਹੀਂ ਹੋਣੀ ਹੈ ਜਿੰਨਾ ਚਿਰ ਤੱਕ ਆਪਾਂ ਚੰਗਾ ਕੰਮ ਨਹੀਂ ਕਰਦੇ। ਕਰੈਕਟ? ਬਿਲਕੁਲ। ਹੁਣ ਆਪਣੇ ਅੰਦਰ ਮੰਨ ਲਓ, ਆਪਣੇ ਅੰਦਰ ਹੁਣ ਜਿਹੜਾ ਮਨ ਆ ਤੇ ਬੁੱਧੀ ਆ, ਇਹ ਮਨ ਤੇ ਬੁੱਧੀ ਜਿਹੜੀ ਹੈ ਇਹ ਉਹਨਾਂ ਚਿਰ ਤੱਕ ਸ਼ਾਂਤ ਨਹੀਂ ਹੋਣੇ ਜਿੰਨਾ ਚਿਰ ਤੱਕ ਇਹਨਾਂ ਨੂੰ ਅਸਲੀ ਗਿਆਨ ਨਹੀਂ ਪ੍ਰਾਪਤ ਹੁੰਦਾ। ਕਿਤਾਬਾਂ ਪੜ੍ਹਿਆ ਮਨ ਨਹੀਂ ਕਿਤੇ ਸ਼ਾਂਤ ਹੁੰਦਾ। ਮਨ ਨੂੰ ਯਥਾਰਕ ਗਿਆਨ ਚਾਹੀਦਾ, ਅਸਲੀ ਗਿਆਨ। ਜਬ ਜਾਣਾ ਤਬ ਹੀ ਮਾਨਾ। ਜਿੰਨਾ ਚਿਰ ਤੱਕ ਮਨ ਖੁਦ ਜਾਣਦਾ ਨਹੀਂ, ਉਸ ਅਵਸਥਾ ਚ ਲੀਨ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹਨੇ ਆਪਣੇ ਰੂਪ ਦਾ ਤਿਆਗ ਨਹੀਂ ਕਰਨਾ। ਔਰ ਜਿੰਨਾ ਚਿਰ ਤੱਕ ਇਹਨੂੰ ਇਹਦੀ ਖੁਰਾਕ ਮਿਲੀ ਜਾਂਦੀ ਹੈ, ਇਹ ਉਹ ਉਸੇ ਵੱਲ ਹੀ ਗਤੀ ਕਰਦਾ, ਚਾਹੇ ਉਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਜਾਂ ਰਾਗ ਹੈ, ਜਾਂ ਦਵੈਸ਼ ਹੈ, ਇਹਨੇ ਉਸੇ ਡਾਇਰੈਕਸ਼ਨ ਵੱਲ ਹੀ ਗਤੀ ਕਰਨੀ। ਔਰ ਇੱਕ ਜਿਹੜੀ ਸੁਰਤੀ ਹੈ, ਜਿਹੜੀ ਸੁਰਤੀ ਮੈਂ ਮਹਿਸੂਸ ਕਰਦਾ, ਜਿਹੜੀ ਰੁਕੀ ਆ, ਜਿਹੜਾ ਪ੍ਰਵਾਹ ਦਾ ਰੋਕ ਗਿਆ ਕਿਸੇ ਸਾਡੇ ਕਾਰਨ, ਜਾਂ ਹੀ ਰੋਕ ਲਿਆ ਜਾਂ ਕਿਸੇ ਵਜ੍ਹਾ ਨਾਲ ਰੁਕ ਗਈ ਹੈ, ਉਹ ਸੁਰਤੀ ਨੂੰ ਦੁਬਾਰਾ ਆਪਾਂ ਗਤੀਮਾਨ ਕਰ ਸਕਦੇ ਹਾਂ। ਔਰ ਉਹਨੂੰ ਗਤੀਮਾਨ ਕਰਨ ਦਾ ਤਰੀਕਾ ਇੱਕੋ ਹੈਗੀ ਆ, ਉਹ ਭਗਤੀ। ਜਦੋਂ ਆਪਾਂ ਭਗਤੀ ਕਰਦੇ ਹਾਂ ਨਿੱਜਰ ਸਾਹਿਬ, ਸਾਡੇ ਅੰਦਰ ਕੀ ਹੁੰਦਾ ਕਿ ਸ਼ਕਤੀ ਪ੍ਰਗਟ ਹੋ ਜਾਂਦੀ। ਔਰ ਉਹ ਭਗਤੀ ਸਾਨੂੰ ਜਿੱਦਾਂ ਇੱਕ ਜੰਜੀਰ ਹੈ, ਕੋਈ ਜੰਜੀਰ ਦੇਖੋ, ਕੋਈ ਰੱਸੀ ਹੈ, ਹੁਣ ਜੇ ਰੱਸੀ ਨੂੰ ਮੈਂ ਜ਼ੋਰ ਲਾਵਾਂ ਉਹ ਨਹੀਂ ਟੁੱਟਣੀ ਨਿੱਜਰ ਸਾਹਿਬ। ਪਰ ਇੱਕ ਸੌਖਾ ਤਰੀਕਾ ਹੈਗਾ, ਜੇ ਮੈਨੂੰ ਕੋਈ ਕਰਦ ਫੜਾ ਦੇ ਤੇ ਮੈਂ 1 ਮਿੰਟ ਚ ਵੜ ਸਕਦਾ। ਠੀਕ ਹੈ? ਬਿਲਕੁਲ ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਇਹ ਅਸਕਰ ਕੁਛ ਨਾ ਕੁਛ ਤੇ ਆਪਾਂ ਨੂੰ ਹੈਲਪ ਤੇ ਚਾਹੀਦੀ ਹੈ ਨਾ ਕੰਮ ਕਰਨ ਲਈ। ਭਗਤੀ ਵੀ ਜਿਹੜੀ ਹੈ ਨਾ, ਭਗਤੀ ਸਾਨੂੰ ਸ਼ਕਤੀ ਦਿੰਦੀ ਔਗਣਾ ਨਾਲ ਲੜਨ ਦੇ ਲਈ। ਇਹ ਹਾਲ ਤੇ ਜੀਵ ਜਿਹੜਾ ਵਾ ਉਹ ਤੇ ਸਮਝ ਲਓ ਕਿ ਕਾਮ, ਕ੍ਰੋਧ, ਲੋਭ, ਮੋਹ ਰੂਪੀ ਜਿਹੜੇ ਹੈਗੇ ਆ, ਹੰਕਾਰ ਰੂਪੀ ਦੀਆਂ ਸ਼ਕਤੀਆਂ ਹੈਗੀਆਂ, ਇਹਨੂੰ ਲਈ ਫਿਰਦੀਆਂ। ਪਰ ਜਿੰਨਾ ਚਿਰ ਤੱਕ ਇਹਨੂੰ ਸ਼ਕਤੀ ਨਹੀਂ ਮਿਲੂਗੀ ਨਿੱਜਰ ਸਾਹਿਬ, ਇਹਦੇ ਵਾਸ ਦੀ ਗੱਲ ਨਹੀਂ ਇਹਨਾਂ ਦੇ ਨਾਲ ਟੱਕਰਾ ਲੈਣ। ਨਹੀਂ, ਇਹ ਤਾਂ ਬਹੁਤ ਮਤਲਬ ਹਾਂ, ਇਹ ਤਾਂ ਠੀਕ ਹੈ ਗੁਰਖ ਸਾਹਿਬ, ਪਰ ਇੱਕ ਚੀਜ਼ ਜਿਹੜੀ ਹੈ ਨਾ, ਦੇਖੋ ਹੁਣ ਇੱਕ ਇਨਸਾਨ ਹੈਗਾ, ਇੱਕ ਬੱਚਾ ਹੈਗਾ, ਪੈਦਾ ਹੋ ਗਿਆ ਬੱਚਾ, ਜਵਾਨੀ ਤੱਕ ਆ ਗਿਆ ਬੱਚਾ, ਤੇ ਹੁਣ ਉਹਨੂੰ ਕਿਵੇਂ ਪਤਾ ਲੱਗੂਗਾ ਵੀ ਧਾਰਾ ਜਿਹੜੀ ਹੈਗੀ ਆਹ ਧਾਰਾ ਹੈਗੀ ਤੇ ਧਾਰਾ ਸੁਰਤ ਵਾਲੀ ਧਾਰਾ ਇਸ ਪਾਸੇ ਨੂੰ ਲੈ ਕੇ ਜਾਣੀ ਹੈ ਮੈਂ? ਉਹਨੂੰ ਤਾਂ ਕੋਈ ਗਿਆਨ ਨਹੀਂ ਹੈ, ਪਰਮਾਰਥ ਦਾ ਕੋਈ ਗਿਆਨ ਹੀ ਨਹੀਂ ਹੈ ਉਹਨੂੰ। ਉਹ ਫਿਰ ਕਿਸ ਤਰ੍ਹਾਂ ਉਹਨੂੰ ਜਿਹੜਾ, ਜਦ ਤੱਕ ਦੇਖੋ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਮਾਲਕ ਨੇ ਅਵੇਲੇਬਲ ਕਰਾਉਣਾ ਹੈ ਜਿਹੜਾ ਬ੍ਰਹਮ ਗਿਆਨ, ਔਰ ਜਿਹੜਾ ਹੈਗਾ ਮਾਇਆ ਦਾ ਤਾਂ ਆਟੋਮੈਟਿਕਲੀ ਪਲੰਟੀ ਹੈਗਾ, ਬਹੁਤ ਜ਼ਿਆਦਾ ਹੈਗਾ। ਤੇ ਦੂਸਰਾ ਜਿਹੜਾ ਮਨੁੱਖੀ ਜੂਨ ਜਿਹਨੂੰ ਵੀ ਮਿਲੀ ਹੈ ਮਾਲਕ ਪਰਮਾਤਮਾ ਨੇ, ਉਹਨੂੰ ਜਿਹੜਾ ਹੈਗਾ ਇਹ ਪਰਮਾਰਥ ਦੀ ਜਾਂ ਬ੍ਰਹਮ ਗਿਆਨ ਦੀ ਜਾਂ ਰੱਬ ਦੀ ਜਾਂ ਗੱਲ ਜਿਹੜੀ ਹੈਗੀ, ਇਹ ਰਸਤਾ ਜ਼ਰੂਰ ਦੱਸਣਾ ਹੈ ਮਾਲਕ ਪਰਮਾਤਮਾ ਨੇ। ਇਹ ਮਾਲਕ ਦੀ ਡਿਊਟੀ ਹੈਗੀ ਆ। ਹੁਣ ਉਸ ਤੋਂ ਬਾਅਦ ਡਿਮਾਂਡ ਕਰਨੀ ਜਿਹੜੀ ਹੈਗੀ ਉਹ ਇਨਸਾਨ ਦੇ ਵੱਸ ਦੇ ਵਿੱਚ ਹੈਗੀ, ਵੀ ਉਹ ਚੱਲਣਾ ਚਾਹੁੰਦਾ ਹੈ ਕਿ ਨਹੀਂ। ਜਿਹੜਾ ਚੱਲਣਾ ਚਾਹੂਗਾ ਉਹਨੂੰ ਫਿਰ ਗਾਹਾਂ ਫਰਦਰ ਜਿਹੜਾ ਹੈਗਾ ਉਹ ਉਸ ਗਿਆਨ ਦੇ ਦੁਆਰਾ, ਉਹ ਗਾਈਡ ਦੇ ਦੁਆਰਾ ਜਿਹੜਾ ਹੈਗਾ ਉਹਨੂੰ ਸਹੀ ਰਸਤਾ ਮਿਲ ਜਾਏਗਾ, ਚਾਲ ਚੱਲ ਪਏਗੀ, ਉਹਦੀ ਸੁਰਤ ਜਿਹੜੀ ਹੈਗੀ ਤੁਰਨ ਲੱਗ ਪਏਗੀ। ਤੇ ਇਸ ਤਰ੍ਹਾਂ ਮੇਰੇ ਹਿਸਾਬ ਨਾਲ ਤਾਂ ਮੈਂ ਇਸ ਤਰ੍ਹਾਂ ਸੋਚਦਾ ਹਾਂ। ਪਰ ਨਿੱਜਰ ਸਾਹਿਬ ਤੁਸੀਂ ਦੇਖੋ, ਗੱਲ ਤੇ ਪ੍ਰਚਾਰ ਦੀ ਗੱਲ, ਪ੍ਰਚਾਰ ਦੀ ਥੋੜੀ ਕਮੀ ਹੈਗੀ। ਟੀਵੀ ਤੇ ਵੇਖੋ, ਮੇਰਾ 10-12 ਚੈਨਲ ਤੇ ਲਗਾਤਾਰ ਹੀ ਉਹ ਧਰਮ ਦੀ ਗੱਲ ਕਰਦੇ ਨੇ। ਕਿੰਨਾ ਪ੍ਰਚਾਰ ਹੈ। ਤੁਸੀਂ ਘਰੋਂ ਬਾਹਰ ਨਿਕਲੋ, ਤੁਹਾਨੂੰ ਗੁਰਦੁਆਰਾ ਮਿਲ ਜਾਂਦਾ 2 ਮਿੰਟ, ਜਾਂ ਮੰਦਿਰ ਮਿਲ ਜਾਂਦਾ, ਮਸਜਿਦ ਮਿਲ ਜਾਂਦੀ ਹੈ। ਪ੍ਰਚਾਰ ਦੀ ਕਮੀ ਤੇ ਕੋਈ ਨਹੀਂ ਨਾ ਹੈਗੀ। ਪ੍ਰਚਾਰ ਦੀ ਕਮੀ ਨਹੀਂ ਹੈ, ਪਰ ਲੈਣ ਵਾਲੇ ਦੀ ਕਮੀ ਹੈ। ਹਾਂ, ਬਸ ਇਹ ਮੈਂ ਮਹਿਸੂਸ ਵੈਸੇ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਮਤਲਬ ਜਨਰਲ ਤੌਰ ਤੇ, ਪਰ ਪੰਗਾ ਤੇ ਇੱਥੇ ਇਹ ਪੈ ਜਾਂਦਾ ਵਾ ਕਿ ਜੇ ਪ੍ਰਚਾਰ ਨਿੱਜਰ ਸਾਹਿਬ ਇੰਨਾ ਸਹੀ ਤਰੀਕੇ ਨਾਲ ਹੋਵੇ ਤੇ ਧਰਤੀ 'ਚ ਬਹੁਤ ਪਰਿਵਰਤਨ ਆ ਜਾਣਾ। ਬਿਲਕੁਲ ਸਹੀ ਗੱਲ ਹੈ। ਪ੍ਰਚਾਰ ਦਾ ਤਰੀਕਾ ਵੀ ਗਲਤ ਨਹੀਂ ਹੈ, ਕਿਉਂਕਿ ਉਹ ਜਿਹੜਾ ਹੈਗਾ ਪ੍ਰਚਾਰ ਜਿਹੜਾ ਹੈਗਾ ਉਹ ਤਾਂ ਜਿਹੜਾ ਹੈਗਾ ਮਾਇਆ ਦਾ ਵਪਾਰ ਬਣ ਗਿਆ ਹੈ। ਬਸ ਇਸ ਕਰਕੇ ਪ੍ਰੋਬਲਮ ਹੈ। ਉਹਨਾਂ ਦਾ ਆਪਣਾ ਜੀਵਨ ਵੀ ਨਹੀਂ ਹੈ। ਜਿਹੜੇ ਪ੍ਰਚਾਰਕ ਹੈਗੇ ਉਹਨਾਂ ਦਾ ਆਪਣਾ ਜੀਵਨ ਹੈ ਨਹੀਂ ਗਾ, ਉਹਨਾਂ ਦੀ ਆਪਣੇ ਆਪ ਇਸ ਪਾਸੇ ਤੁਰਦੇ ਨਹੀਂ ਹੈ। ਖਾਲੀ ਜਿਹੜਾ ਹੈਗਾ ਚੁੰਝ ਗਿਆਨ ਹੈਗਾ, ਉਹਦੇ ਨਾਲ ਗੱਲ ਬਣਦੀ ਨਹੀਂ। ਤੁਸੀਂ ਚੀਜ਼ ਨਿੱਜਰ ਸਾਹਿਬ ਦੇਖਿਆ ਜਾਵੇ, ਪ੍ਰਚਾਰ ਦੀ ਤਾਂ ਕੋਈ ਕਮੀ ਨਹੀਂ ਹੈ। ਹੁਣ ਵੇਖੋ, ਚਾਹੇ ਨਿਰੰਕਾਰੀ ਆ,
ਜਾਂ ਨਾਮਧਾਰੀ ਆ ਜਾਂ ਨੂਰ ਮਹਿਲੀ ਆ ਜਾਂ ਹਿੰਦੂ ਲਾ ਲਓ ਜਾਂ ਮੁਸਲਿਮ ਲਾ ਲਓ, ਸਾਰੇ ਲਾ ਲਓ, ਹਾਂਜੀ ਠੀਕ ਹੈ ਜੀ। ਤੇ ਉਹ ਚੀਜ਼ ਤੇ ਨਿੱਜਾ ਸਾਹਿਬ ਆਪਾਂ ਨੂੰ ਚੀਜ਼ ਨੂੰ ਵੇਖਦੇ ਆ ਨਾ ਆਪਾਂ, ਹਾਂਜੀ ਨਿੱਜਾ ਸਾਹਿਬ, ਹਾਂਜੀ ਤੁਸੀਂ ਹੁਣ ਬੋਲੋ ਜੀ, ਆਪਾਂ ਪਾਣੀ ਵੱਲ ਵਾਪਸ ਆ ਜੀ। ਹਾਂ ਨਹੀਂ, ਮੈਂ ਜਿਹੜਾ ਕਹਿ ਰਿਹਾ ਸੀਗਾ ਤੁਹਾਨੂੰ ਬਈ ਇਹ ਜਿਹੜੀ ਨਾ ਤੁਸੀਂ ਗੱਲ ਕੀਤੀ ਸੀ, ਇਹ ਐਕਚੁਅਲੀ ਕੀ ਹੈ ਨਾ ਗੁਰਕੀ ਸਾਹਿਬ, ਦੇਖੋ ਸਾਰੇ ਜਿੰਨੇ ਵੀ ਹੈਗੇ, ਜਿੰਨੇ ਵੀ ਧਰਮ ਦੇ ਵੱਲ ਨੂੰ ਰਸਤੇ ਹੈਗੇ ਨਾ, ਇਹਨਾਂ ਦੇ ਵਿੱਚ ਨਾ ਕੋਈ ਜਿਹੜਾ ਹੈਗਾ ਚੱਲਣ ਵਾਲਾ ਬੰਦਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਜ਼ਰੂਰ ਜਿਹੜਾ ਹੈਗਾ ਆਇਆ, ਉਹਦੇ ਨਾਲ ਨਿਰੰਕਾਰੀ ਹੋ, ਚਾਹੇ ਜਿਹੜੇ ਮਰਜ਼ੀ ਰਸਤੇ ਹੋਣ, ਉਹਦੇ ਵਿੱਚ ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਉਹਨੇ ਭਗਤੀ ਕੀਤੀ ਹੈ, ਸਹੀ ਰਸਤੇ ਤੇ ਗਿਆ ਹੈ, ਤਾਂ ਜਿਹੜਾ ਹੈਗਾ ਉਹ ਜਿਹੜਾ ਹੈਗਾ ਰਸਤਾ ਚੱਲਿਆ ਆ। ਪਰ ਜਿਹੜਾ ਹੈਗਾ ਬਾਅਦ ਵਿੱਚ ਕੋਈ ਕਿਸੇ ਵੀ ਰਸਤੇ ਤੇ, ਤਾਂ ਇਹ ਨਹੀਂ ਕਹਿ ਸਕਦੇ ਆਪਾਂ ਕਿ ਇਹ ਖਾਲੀ ਇਸੇ ਰਸਤੇ ਤੇ, ਕਿਸੇ ਵੀ ਰਸਤੇ ਤੇ ਜਿਹੜੇ ਹੈਗੇ ਆ ਉਹ ਗਲਤ ਜਿਹੜੇ ਹੈਗੇ ਆ ਬੰਦੇ ਜਿਹੜੇ ਹੈਗੇ ਨਹੀਂ ਇਸ ਪਾਸੇ ਜਾਣ ਵਾਲੇ, ਉਹ ਆ ਜਾਂਦੇ ਆ ਤੇ ਉਹ ਫਿਰ ਜਿਹੜਾ ਹੈਗਾ ਉਹਦੇ ਤੇ ਜਿਹੜੀ ਹੈਗੀ ਪ੍ਰੋਬਲਮ ਆ ਜਾਂਦੀ ਹੈ। ਇੰਨਾ ਹੀ ਹੈਗਾ, ਸਾਰੇ ਰਸਤੇ ਜਿਹੜੇ ਹੈਗੇ ਆਪਾਂ ਤਾਂ ਕਹਿੰਦੇ ਸਾਰੇ ਜਿਹੜੇ ਹੈਗੇ ਜਿੰਨੇ ਵੀ ਧਰਮ ਹੈਗੇ ਸਾਰੇ ਸਹੀ ਹੈਗੇ ਆ, ਉਹ ਸਹੀ ਹੈਗੇ। ਉਹਨਾਂ ਦੇ ਵਿੱਚ ਜਿਹੜੇ ਹੈਗੇ ਆ, ਮੈਂ ਤਾਂ ਇਹ ਵੀ ਦੇਖਿਆ ਇਹ ਜਿਹੜੇ ਹੈਗੇ ਨਿਰੰਕਾਰੀ ਆ, ਇਹਨਾਂ ਦੇ ਵੀ ਮੈਂ ਸੁਣੀ ਆ, ਇਹਨਾਂ ਦੀ ਬਾਣੀ ਵੀ ਸੁਣੀ ਆ, ਔਰ ਇਹਨਾਂ ਦੇ ਜਿਹੜੇ ਹੈਗੇ ਮੈਂ ਤਾਂ ਹੈਰਾਨ ਹੀ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਨਾਂ ਦੇ ਬਾਰੇ ਵੀ ਇਸ ਤਰ੍ਹਾਂ ਦਾ ਇਹਨਾਂ ਦਾ ਹੈਗਾ ਭਾਈ। ਬਿਲਕੁਲ ਜਿਹੜੇ ਹੈਗੇ ਗੁਰਬਾਣੀ ਦੇ ਨਾਲ ਬਿਲਕੁਲ ਸਹੀ ਚੱਲਣ ਦੀ ਕੋਸ਼ਿਸ਼ ਇਹਨਾਂ ਦੇ ਹੈਗੇ। ਮੈਂ ਦੇਖਿਆ ਇਹਨਾਂ ਦਾ ਗਿਆਨ ਬਹੁਤ ਕਮਾਲ ਦਾ ਗਿਆਨ ਹੈ, ਉਹਨਾਂ ਦੀ ਬਾਣੀ ਵੀ ਹੈਗੀ ਆ। ਜਿਹੜੇ ਨਿਰੰਕਾਰੀ ਇਹਨਾਂ ਦੇ ਪਹਿਲਾਂ ਹੋਏ ਆ, ਨਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਉਹ ਬਾਣੀ ਵੀ ਸੁਣੀ ਆ, ਬਹੁਤ ਕਮਾਲ ਦੀ ਹੈਗੀ ਆ। ਹਾਂਜੀ ਵੀਰ ਜੀ। ਪਰ ਨਿੱਜਾ ਸਾਹਿਬ ਇੱਕ ਚੀਜ਼ ਹੋਰ ਆਉਂਦੀ ਆ, ਜੇ ਆਪਾਂ ਚਲੋ ਨਾਰਮਲੀ ਡਿਸਕਸ ਹੀ ਕਰਦੇ ਹਾਂ, ਕਈ ਵਾਰ ਮੇਰੇ ਮਨ 'ਚ ਸਵਾਲ ਆਉਂਦਾ, ਇਹ ਅੱਜ ਦਾ ਸਵਾਲ ਨਹੀਂ ਆ, ਇਹ ਪੁਰਾਣਾ ਸਵਾਲ ਹੈ। ਧਰਮ ਜਿਹੜਾ ਹੈ ਨਾ, ਮੈਂ ਮਹਿਸੂਸ ਕਰਦਾ ਹਾਂ ਕਿ ਜਿੰਨੇ ਵੀ ਉਹ ਚੀਜ਼ ਦਾ ਪ੍ਰਚਾਰ ਕਰਨਾ ਹੈ ਨਾ, ਉਹਨੂੰ ਖੁਦ ਪਹਿਲਾਂ ਧਾਰਨੀ ਬਣਨਾ ਪਊਗਾ। ਬਿਲਕੁਲ, ਇਹ ਗੱਲ ਤੁਹਾਡੀ 16 ਨੇ ਸੱਚ ਹੈਗੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਜਿੱਤ ਕੇ ਬੰਦਾ ਜਿਹੜਾ ਪ੍ਰਚਾਰਕ ਆ, ਬਾਣੀ 'ਚ ਕਿਹਾ ਵੀ ਆ, ਅਵਰੇ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਾਰੇ। ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਾਰੇ। ਹਾਂ, ਜਿਹੜਾ ਬੰਦਾ ਆਪ ਨਹੀਂ ਕਰਦਾ ਔਰ ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਔਰ ਉਹਦੇ ਉਪਦੇਸ਼ ਕਰਨ ਦੇ ਨਾਲ ਨਿੱਜਰ ਸਾਹਿਬ ਦੂਜਾ ਬੰਦਾ ਧਾਰਮਿਕ ਨਹੀਂ ਹੋ ਸਕਦਾ। ਬਿਲਕੁਲ ਸਹੀ ਗੱਲ ਹੈ, ਨਹੀਂ ਹੋ ਸਕਦਾ। ਇਹ ਚੀਜ਼ ਹੋਰ ਤੇ ਕੋਈ ਕਾਰਨ ਹੀ ਨਹੀਂ ਹੈਗਾ। ਜਿੰਨਾ ਤੂੰ ਟੀਵੀ ਵੇਖੀਆਂ ਹੁਣ, ਮੈਂ ਜਿਹੜੇ ਚੈਨਲ ਵੇਖਣਾ ਵਾ, ਕਈ ਜਿਹੜੇ ਹਿੰਦੂ ਚੈਨਲ ਹੈਗੇ, ਉੱਥੇ ਘੱਟੋ ਘੱਟ ਜ਼ਿਆਦਾ ਨਹੀਂ, ਇੱਕ ਟਾਈਮ ਤੇ 50,000 ਲੱਖ ਬੰਦਾ ਬੈਠਾ ਹੁੰਦਾ। ਜੇ ਆਪਾਂ ਲੈਵਲ ਵੇਖੀਏ ਆਪਣੇ ਦੇਸ਼ ਦਾ ਲੈਵਲ, ਤੇ ਮਤਲਬ ਬੰਦੇ ਦਾ ਈਮਾਨ ਏਡਾ ਸਟਰੋਂਗ ਨਹੀਂ ਆ। ਹੁਣ ਵੇਖੋ ਕੀ ਆ, ਹੁਣ ਮੈਂ ਜਦ ਵੀਡੀਓ ਵੇਖਣ ਆ, ਕੋਵਿਡ ਦੀ ਗੱਲ ਕਰਨ ਆ, ਉਹਨੇ ਇੱਕ ਸਿਆਣਾ ਬਣਾ ਬੰਦਾ ਨੇ ਵੀਡੀਓ ਪਾਈ ਹੈ ਨਿੱਜਰ ਸਾਹਿਬ, ਉਹ ਕਹਿੰਦੇ ਕਿ ਪੈਸੇ ਦੇ ਕੇ ਨਾ ਡਾਕਟਰਾਂ ਨੇ ਕੀ ਕੀਤਾ ਕਿ ਪੇਸ਼ੈਂਟ ਹਸਪੀਟਲ ਭਰ ਲਏ ਨੇ ਗੌਰਮੈਂਟ ਨੂੰ ਸ਼ੋਅ ਕਰਨ ਵਾਸਤੇ ਕਿ ਸਾਡੇ ਕੋਲ ਇੰਨੇ ਪੇਸ਼ੈਂਟ ਹੈਗੇ। ਔਰ ਜਦੋਂ ਨਵਾਂ ਪੇਸ਼ੈਂਟ ਆਉਂਦਾ ਵਾ ਜ਼ਿਆਦਾ ਪੈਸੇ ਵਾਲਾ, ਤੇ ਉਹ ਆਪਣਾ ਪੇਸ਼ੈਂਟ ਉੱਥੋਂ ਕੱਢ ਦਿੰਦੇ ਆ ਤੇ ਉਹਨੂੰ ਅਮੀਰ ਬੰਦੇ ਨੂੰ ਉੱਥੇ ਰੱਖ ਲੈਂਦੇ। ਔਰ ਉਸੇ ਤਰ੍ਹਾਂ ਉੱਥੇ ਦਵਾਈਆਂ ਵੀ ਦੇਈ ਜਾਂਦੇ, ਟੂ ਜੈਟ ਸਾਰਾ ਕੁਝ ਕਰਦੇ ਆ। ਬਸ ਇੱਕ ਜਿਹੜਾ ਬੈੱਡ ਆ, ਸਰਕਾਰ ਦੀ ਤੌਰ ਤੇ ਸ਼ੋਅ ਕਰਦੇ ਕਿ ਬੈੱਡ ਸਾਡੇ ਸਾਰੇ ਭਰੇ, ਔਰ ਜਿਹਨੂੰ ਬੰਦੇ ਨੂੰ ਰੱਖਿਆ ਉਹਨੂੰ 1000 ਰੁਪਇਆ ਰੋਜ਼ ਦਾ ਬੈਨ ਦਾ ਦਿੰਦੇ। ਦੇਖ ਲਓ। ਬਿਲਕੁਲ। ਜਦ ਕਿ ਕਹਿੰਦੇ ਡਾਕਟਰ ਹੀ ਐਸਾ ਧੰਦਾ ਵਾ, ਕਹਿੰਦੇ ਰੱਬ ਦਾ, ਇਹਨੂੰ ਰੱਬ ਕਿਹਾ ਗਿਆ, ਦੂਜਾ ਰੱਬ ਆ। ਔਰ ਮੈਂ ਵੇਖਦਾ ਕਿ ਕਈ ਲੋਕ ਏਦਾਂ ਵੀ ਕਰਦੇ ਆ ਕਿ ਉਹ ਕਹਿੰਦੇ ਆ ਕਿ ਜਿਹੜੇ ਵੈਂਟੀਲੇਟਰ ਤੇ ਲਾ ਦਿੰਦੇ ਬੰਦੇ ਨੂੰ, ਉਹ ਵੀ 25,000 ਰੁਪਇਆ ਇੱਕ ਬੰਦਾ ਲੈਂਦੇ ਆ। ਬਿਲਕੁਲ। ਤੇ ਕਈਆਂ ਮਰਿਆਂ ਨੂੰ ਲਾ ਦਿੰਦੇ ਆ। ਹਾਂ, ਇਹ ਤਾਂ ਸਹੀ ਹੈਗਾ। ਪਰ ਇਹ ਮੈਂ ਮਹਿਸੂਸ ਕਰਦਾ ਕਿ ਦੇਖ ਲਓ ਕਿ ਬੰਦਾ ਮਤਲਬ ਬੰਦੇ ਨੂੰ ਕਿਤੇ ਆਪਣੇ ਕਰਮਾਂ ਦੇ ਬਾਰੇ ਕਿਤੇ ਡਰ ਨਹੀਂ ਆਉਂਦਾ ਕਿ ਇਹ ਜਿਹੜੇ ਤੂੰ ਕਰਮ ਕਰਦਾ ਹੈ, ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਮਤਲਬ ਕਿੰਨਾ ਬੰਦੇ ਨੂੰ ਆਪਣਾ ਜ਼ਮੀਰ ਮਾਰਨਾ ਪੈਂਦਾ ਹੈ। ਚਲੋ ਕੋਈ ਗੱਲ ਨਹੀਂ, ਬੇਈਮਾਨੀ ਕਰਨੀ ਥੋੜੀ ਚੀਜ਼ ਹੈ, ਬਟ ਇੱਕ ਬੰਦਾ ਮਰ ਗਿਆ ਜਾਂ ਮਰਨ ਜਾ ਰਿਹਾ ਹੈ, ਉਹਦਾ ਵੀ 2-2.5 ਲੱਖ ਦਾ ਬਿੱਲ ਬਣਾ ਦੇਣਾ।
ਹੈ ਇਹ ਮਤਲਬ ਜਸਟ ਮੈਂ ਸੋਚਦਾ ਹਾਂ ਕਿ ਇਹੋ ਜਿਹਾ ਬੰਦੇ ਦਾ ਹਿਰਦਾ ਚਾਹੀਦਾ ਨਹੀਂ ਚਾਹੀਦਾ। ਉਹ ਫਿਰ ਪਰਮਾਤਮਾ ਵੱਲ ਹੈ ਨਹੀਂਗਾ ਬੰਦਾ ਬੰਦਾ, ਖਤਰਨਾਕ। ਹਾਂ ਪਰਮਾਤਮਾ ਵੱਲ ਹੈ ਨਹੀਂਗਾ, ਉਹਨੂੰ ਡਰ ਹੀ ਨਹੀਂ ਕਿਸੇ ਦਾ। ਜਦ ਡਰ ਨਹੀਂ ਹੈ ਤੇ ਫਿਰ ਬੰਦਾ ਕਿਸੇ ਵੀ ਲੈਵਲ ਤੱਕ ਜਾ ਸਕਦਾ ਹੈ। ਔਰ ਵੇਖ ਲਓ ਇੱਕ ਚੀਜ਼ ਨੇ ਜਿਹੜਾ ਹੋਰ ਮੈਂ ਸੋਚਦਾ, ਇਹ ਜਿਹੜੇ ਲੋਕ ਕਹਿੰਦੇ ਨਾ ਅਸੀਂ ਧਾਰਮਿਕ ਹੈਗੇ ਆ ਜਾਂ ਕੋਈ ਸੰਸਥਾ ਦੇ ਜਾਂ ਕਿਸੇ ਚੀਜ਼ ਦੇ ਹੈਡ ਹੈਗੇ ਨੇ, ਉਹ ਲੋਕੀ ਇਹਨਾਂ ਨੂੰ ਸੋਚਦੇ ਕਿ ਬੜੇ ਬਾਬੇ ਹੈਗੇ, ਉਹਨਾਂ ਨੂੰ ਤੇ ਬਿਲਕੁਲ ਰੱਬ ਦਾ ਡਰ ਨਹੀਂ, ਉਹ ਡਾਕਟਰਾਂ ਤੋਂ ਵੀ ਵੱਧ ਹੈਗੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੇ ਇਹ ਏਦਾਂ ਦੀ ਗੱਲਬਾਤ ਹੈਗੀ ਹੈ। ਠੀਕ ਹੈ ਨਾ, ਜਿਸ ਆਪਾਂ ਕਥਾ ਵੱਲ ਵਾਪਸ ਆ ਜਾਈਏ। ਹਾਂਜੀ ਵੈਸੇ ਵੀ ਸਾਧ ਸੰਗਤ ਜੀ ਇਹ 2 ਮਿੰਟ ਵੈਸੇ ਹੀ ਜਨਰਲ ਡਿਸਕਸ ਕੀਤੀ ਸੀ, ਤਾਂ ਜੋ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕੀ ਤੇ ਨਹੀਂ ਹੈਗੀ, ਪਰ ਸਮੇਂ ਦੇ ਹਿਸਾਬ ਨਾਲ ਜਿਹੜੀ ਕਥਾ ਚੱਲਦੀ ਹੈ ਤੇ ਸਮੇਂ ਦੇ ਹਿਸਾਬ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਬੰਦਾ ਮਤਲਬ ਪਤਾ ਨਹੀਂ ਕਿਉਂ ਇੰਨਾ ਕਿਉਂ ਇੰਨੀ ਆਪਣੇ ਦੇਸ਼ ਤੇ ਇੰਨਾ ਧਰਮ ਦੀ ਗੱਲ ਹੁੰਦੀ ਹੈ। ਇਹਨੇ ਕਹਿੰਦਾ ਕਿ ਧਰਤੀ ਮਾੜੀ, ਧਰਤੀ ਬਹੁਤ ਵਧੀਆ ਧਰਤੀ ਆਪਣੀ, ਪਰ ਇਹਦੇ ਬਾਵਜੂਦ ਜੇ ਦੇਖਿਆ ਜਾਵੇ ਨਾ ਤੇ ਬੰਦੇ ਦਾ ਮਨ ਵੇਖੋ, ਇਹਦਾ ਚਿੱਤ ਕਿੱਦਾਂ ਦਾ, ਜਿੱਦਾਂ ਪਤਾ ਨਹੀਂ ਅਨੰਤ ਜਨਮਾਂ ਦੀ ਭੁੱਖ ਹੁੰਦੀ ਅੰਦਰ ਇਹਦੇ, ਇੰਨੀ ਭੁੱਖ। ਔਰ ਇਹਦਾ ਚਿੱਤ ਖਤਰਨਾਕ ਕਰ ਲਿਆ ਇਹਨੇ ਕਿ ਵਹਿੰਦਾ ਹੀ ਨਹੀਂ ਪਿਆ ਪੈਸਾ, ਕਿ ਜਿਹੜਾ ਪੈਸਾ ਮੈਂ ਲੈ ਕੇ ਆਉਂਦੇ ਇਹ ਪੈਸੇ ਦੀ ਵਰਤੋਂ ਕੀ ਕਰਨੀ ਹੈ, ਮੈਂ ਕਿੱਥੇ ਖੜੂੰਗਾ ਪੈਸਾ? ਇਹ ਕੋਈ ਚੰਗੀ ਚੀਜ਼ ਥੋੜੀ ਹੈ, ਬਹੁਤ ਮਾੜੀ। ਦੇਖੋ ਕੁਦਰਤ ਪਤਾ ਕੀ ਹੈ, ਕੁਦਰਤ ਦਾ ਨਿਯਮ ਪਤਾ ਕੀ ਹੈ। ਤਿੰਨ ਚੀਜ਼ਾਂ ਹੈਗੀਆਂ ਧਰਤੀ ਤੇ, ਇੱਕ ਪਲੱਸ ਹੈ, ਇੱਕ ਮਾਈਨਸ ਹੈ ਤੇ ਇੱਕ ਨਿਊਟਰਲ ਹੈ, ਸੈਂਟਰ ਜਿੱਥੇ 0-0। ਆਪਾਂ ਜੋ ਵੀ ਪ੍ਰਕਿਰਤੀ ਨੂੰ ਦੇ ਰਹੇ ਆ ਨਾ, ਉਹ ਵਾਪਸ ਮਲਟੀਪਲਾਈ ਹੋ ਕੇ ਸਾਨੂੰ ਆਉਣਾ। ਬਿਲਕੁਲ ਸਹੀ ਹੈ। ਦੋ ਹੀ ਰਸਤੇ, ਬਿਲਕੁਲ ਡਾਊਟ ਨਹੀਂ ਹੈਗਾ। ਹਾਂਜੀ ਨਹੀਂ ਦੱਸੋ, ਦੋ ਹੀ ਰਸਤੇ, ਇੱਕ ਨੈਗੇਟਿਵ ਰਸਤਾ ਹੈ, ਇੱਕ ਪॉजिटिव ਰਸਤਾ ਹੈ, ਬਸ। ਔਰ ਕੁਦਰਤ ਦੇਖੋ, ਕੁਦਰਤ ਉਸ ਚੀਜ਼ ਨੂੰ ਵੇਂਦੀ ਪਈ ਹੈ ਕਿ ਬੰਦੇ ਨੂੰ ਨਹੀਂ ਪਤਾ, ਪਰ ਕੁਦਰਤ ਜਿਹੜੀ ਉਹ ਇੱਕ ਹੈਗਾ ਲਾਅ। ਉਹ ਕਹਿੰਦੇ ਨਾ ਕਿ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰੇ, ਕਰਮੀ ਆਪੋ ਆਪਣੀ ਨੇੜੇ ਕੇ ਦੂਰੇ। ਤੇ ਉਹ ਵੇਖ ਲਓ, ਕਹਿੰਦੇ ਕਿ ਉਹ ਚੀਜ਼ ਹੈ ਤੇ ਵਾਚ ਕਰ ਰਹੀ ਹੈ, ਪਰ ਬੰਦੇ ਨੇ ਕਿਤੇ ਕਈ ਗ੍ਰੰਥ ਪੜ੍ਹਦਾ ਵੀ ਹੈ, ਸਾਰੇ ਪੜ੍ਹਦਾ, ਇਹਨੂੰ ਚੰਗੀ ਤਰ੍ਹਾਂ ਪਤਾ। ਤੇ ਵੇਖ ਲਓ ਬਾਣੀ ਚ ਫਿਰ ਲਿਖਿਆ ਜਾਣਤ ਵੀ ਔਗਣ ਕਰੇ, ਜਾਣਦਾ ਵੀ ਹੈ। ਹਾਥ ਦੀਪਕ, ਫਿਰ ਵੇਖ ਲਓ ਔਗਣ ਕਰ, ਹਾਥ ਦੀਪਕ ਕੁएं परे काहे की कुशलात। ਦੀਵਾ ਵੀ ਹੱਥ 'ਚ ਹੈਗਾ, ਗਿਆਨ ਵੀ ਹੈਗਾ, ਫਿਰ ਵੀ ਜਿਹੜਾ ਔਗਣ ਕਰਦਾ ਹੈ ਇਨਸਾਨ। ਕਿੱਦਾਂ ਖਤਰਨਾਕ ਜੀਵ ਹੋਊ ਉਹਦੇ ਅੰਦਰ ਨਿਕਲਦਾ। ਬਹੁਤ ਵੱਡੀ ਗੱਲ। ਹਾਂਜੀ ਨਿਜੇ ਸਾਹਿਬ, ਆ ਜਾਈਏ ਕਥਾ ਤੇ ਆ ਜਾਈਏ। ਹਾਂਜੀ ਆ ਸੰਗਤ ਜੀ ਵਿਚਾਰ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ, ਦਫਾ ਕਰਿਆ ਕਰੋ, ਕਿਸੇ ਦਾ ਪੈਸਾ ਪੂਨਾ ਲਿਆ ਕਰੋ। ਇਹ ਤੇ ਜ਼ਹਿਰ ਹੈਗਾ, ਮਿੱਟੀ ਪਾਓ। ਤੇ ਲੋੜ ਵੀ ਹੁੰਦੀ ਹੈ, ਜੀਵਨ ਚ ਲੋੜ ਪੈਂਦੀ, ਪ੍ਰਮਾਤਮਾ ਕੋਲ ਜ਼ਰੂਰ ਮੰਗਿਆ ਕਰੋ, ਦਊਗਾ। ਇਹਨਾਂ ਚੀਜ਼ਾਂ ਚ ਕੁਝ ਵੀ ਨਹੀਂ ਰੱਖਿਆ, ਬੰਦਾ ਲੈ ਤੇ ਆਉਂਦਾ ਨਾ। ਇਹ ਕੁਝ ਬਹੁਤ ਮਾੜੀ ਚੀਜ਼ ਹੈ, ਬਹੁਤ ਮਾੜੀ ਚੀਜ਼। ਔਰ ਇਹ ਤੋਂ ਹਮੇਸ਼ਾ ਹੀ ਆਪਣੇ ਆਪ ਨੂੰ ਬਚਾਓ। ਇਹ ਗੰਦ ਹੈਗਾ, ਗੰਦ। ਇਹ ਗੰਦ ਨੇ ਤੇ ਚਿੰਬੜਨਾ ਹੀ। ਇਹ ਗੰਦ ਨੂੰ ਅਸੀਂ ਆਪਣੇ ਲਾਗੇ ਨਹੀਂ ਲੱਗਣ ਦੇਣਾ। ਹਾਂ, ਮਨ ਚ ਆ ਗਿਆ ਵਿਚਾਰ ਕਿ ਏਦਾਂ ਕਰ ਲਈਏ, ਪਰ ਉਹਨੂੰ ਕਹਿ ਦਿਓ ਕਿ ਨਹੀਂ, ਇਹ ਨਹੀਂ, ਇਹ ਮੈਂ ਤੈਨੂੰ ਛੱਡ ਸਕਦਾ ਵਾਂ, ਮੈਂ ਪਰਮਾਤਮਾ ਨੂੰ ਨਹੀਂ ਛੱਡ ਸਕਦਾ। ਇਹਨੂੰ ਰੀਜ਼ਨ ਦੇਣਾ ਪੈਣਾ ਤੁਹਾਨੂੰ। ਇਹਨੂੰ ਕਹੋ ਕਿ ਇਹਨੇ ਕਹਿਣਾ ਕਿ ਲੋਕੀ ਵੀ ਤੇ ਕਰਦੇ ਆ ਨਾ, ਵੇਖ ਕਿੱਡੀ ਵੱਡੀ ਕੋਠੀ ਪਾਈ ਤੇਰੇ ਗੁਆਂਢੀ ਨੇ, ਉਹ ਵੇ ਕਿੱਡੀਆਂ ਵੱਡੀਆਂ ਕਾਰਾਂ, ਇਹ ਹੈ ਉਹ ਹੈ। ਇਹਨੂੰ ਕਹਿ ਦਿਓ ਵੀ ਨਹੀਂ, ਜੇ ਮੇਰੇ ਪ੍ਰਮਾਤਮਾ ਦਾ ਹੁਕਮ ਹੈ ਮੈਂ ਸਾਦਾ ਜੀਵਨ ਬਤੀਤ ਕਰਨਾ ਹੈ ਤੇ ਮੈਂ ਸਾਦਾ ਹੀ ਕਰਾਂ। ਮੈਨੂੰ ਉਹ ਮਹਿਲ ਵਾੜੀਆਂ ਨਹੀਂ ਚਾਹੀਦੀਆਂ। ਉਹ ਕਹਿੰਦੇ ਪੱਟ ਖਾਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਉਹਦਾ ਸੋਨਾ ਲੋਕੀ ਪਾਈ ਤੇ ਫਿਰਦੇ ਆ ਨਾ, ਇਹ ਲੋਕ ਤੇ ਇਹ ਜਿਹੜਾ ਹੈ ਇੱਧਰ ਉਧਰ ਹੱਥ ਪੱਲਾ ਮਾਰਦੇ ਪਏ। ਇਹ ਚੀਜ਼ ਨੇ ਪੁੰਨ ਸਾੜਦੇ ਨੇ ਇਹਨਾਂ ਦੇ ਸਾਰੇ। ਬਿਲਕੁਲ, ਇਹ ਬੜੀ ਖਤਰਨਾਕ ਚੀਜ਼ ਹੈਗੀ ਹੈ। ਔਰ ਕੋਸ਼ਿਸ਼ ਕਰਿਆ ਕਰੋ, ਜੇ ਮਨ ਚ ਬਿਰਤੀ ਆਉਂਦੀ ਹੈ, ਪ੍ਰਮਾਤਮਾ ਤੇ ਘੜੀ ਅਰਦਾਸ ਕਰੋ, ਕਹੋ ਕਿ ਮੇਰੇ ਪਿਤਾ
ਇਸ ਚੀਜ਼ ਤੋਂ ਮੈਨੂੰ ਮੁਕਤ ਕਰੋ। ਹਾਂਜੀ ਨਿੱਜਰ ਸਾਹਿਬ। ਹੁਣ ਦੇਖੋ ਉੱਪਰ ਮਹਾਰਾਜ ਨੇ ਦੱਸਿਆ ਸੀ ਵੀ ਭਗਤਾਂ ਕੀ ਚਾਲ ਨਿਰਾਲੀ, ਉਸ ਤੋਂ ਬਾਅਦ ਕਹਿੰਦੇ ਆ ਚਾਲ ਦੇ ਵਿੱਚ ਲਾਉਣ ਵਾਲਾ ਮਾਲਕ ਪਰਮਾਤਮਾ ਹੈਗਾ। ਇਮੀਡੀਏਟਲੀ 15ਵਾਂ ਅੰਕ ਆ ਗਿਆ, ਕਹਿੰਦੇ ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਕਹਿੰਦੇ ਹੋਰ ਮੈਂ ਤੇਰੇ ਕੀ ਗੁਣ ਜਾਣਦਾ ਹੈ ਮਾਲਕਾ, ਚਲਾਉਣ ਵਾਲਾ ਤੂੰ ਆ, ਚਲਾਉਣਾ ਤੂੰ ਹੈਗਾ। ਜਿਵ ਤੂੰ ਚਲਾਏ ਤਿਵੈ ਚੱਲੈ, ਜਿੰਨਾ ਮਾਰਗ ਪਾਵੇਂ। ਜਿਉਂ ਤੂੰ ਚਲਾਏਗਾ ਮਾਲਕਾ, ਜੇ ਧਰਮ ਵਾਲੇ ਰਸਤੇ ਤੇ, ਇਸ ਭਗਤੀ ਵਾਲੇ ਰਸਤੇ ਤੇ, ਨਿਰਾਲੇ ਰਸਤੇ ਤੇ ਜੇ ਤੂੰ ਚਲਾਏਗਾ ਤਾਂ ਹੀ ਚੱਲ ਸਕਦੇ ਆ। ਜੇ ਇਸ ਦਾ ਰਸਤਾ ਦੱਸੇਗਾ ਤੂੰ, ਜਿਵ ਤੂੰ ਚਲਾਏ ਤਿਵੇਂ ਚੱਲੇ, ਜਿੰਨਾ ਮਾਰਗ ਪਾਵੇਂ। ਮਾਰਗ ਤੇ ਤਾਂ ਮਾਲਕ ਨੇ ਪਾਉਣਾ ਹੈ, ਰਸਤਾ ਮਾਲਕ ਨੇ ਦੱਸਣਾ ਹੈਗਾ। ਮਾਲਕ ਨੇ ਦੱਸਣਾ ਹੈ ਬ੍ਰਹਮ ਗਿਆਨੀਆਂ ਦੇ ਥਰੂ, ਬ੍ਰਹਮ ਗਿਆਨ ਦੇ ਥਰੂ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹਿ। ਜਿਨ੍ਹਾਂ ਤੇ ਕਿਰਪਾ ਕਰ ਦਿੱਤੀ, ਜਿਨ੍ਹਾਂ ਨੂੰ ਮਾਰਗ ਦੱਸ ਦਿੱਤਾ, ਜਿਨ੍ਹਾਂ ਨੂੰ ਨਾਮ ਦੇ ਨਾਲ ਲਾ ਦਿੱਤਾ, ਉਹ ਫਿਰ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਚਲੇ ਜਾਂਦੇ ਆ, ਸਦਾ ਧਿਆਨ ਸਿਮਰਨ ਕਰਦੇ ਆ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹਿ। ਕਹਿੰਦੇ ਜਿਨ੍ਹਾਂ ਨੂੰ ਜਿਹੜਾ ਕਥਾ ਸੁਣਾ ਦਿੰਦਾ ਹੈ ਆਪਣੀ, ਜਿਨ੍ਹਾਂ ਨੂੰ ਇਹ ਰਸਤਾ ਦੱਸ ਦਿੰਦਾ ਹੈ, ਜਿਨ੍ਹਾਂ ਨੂੰ ਇਹ ਜਿਹੜੀ ਹੈਗੀ ਬ੍ਰਹਮ ਗਿਆਨ ਦੇ ਦਿੰਦਾ ਹੈ ਗੁਰੂ ਦੇ ਦੁਆਰਾ, ਤੇ ਉਹ ਫਿਰ ਜਿਹੜੇ ਹੈਗੇ ਸੁਖ ਪਾਉਂਦੇ ਆ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵਹਿ। ਹੇ ਮੇਰੇ ਮਾਲਕਾ, ਹਮੇਸ਼ਾ ਰਹਿਣ ਵਾਲਾ ਹੈ ਤੂੰ, ਅਬਨਾਸੀ ਹੈਗਾ ਆ। ਜਿਵੇਂ ਜਿਸ ਨੂੰ ਪਾਉਂਦਾ ਆ, ਜੋ ਡਿਮਾਂਡ ਕਰਦਾ ਆ ਉਹੀ ਤੈਨੂੰ ਪਾਉਂਦੀ ਆ, ਉਸੇ ਤਰੀਕੇ ਦੇ ਨਾਲ ਤੂੰ ਉਹਨੂੰ ਚਲਾਉਣਾ ਆ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਕਹਿੰਦੇ ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਹਾਂ ਕਿਰਪਾ ਕਰਦਾ ਹੈ ਤਾਂ ਕਹਿੰਦਾ ਨਾਮ ਦੇ ਨਾਲ ਲਾ ਦੇਣ। ਹਾਂ ਬਾਹਰ ਦੇਖੋ ਨਾ ਅੱਗ ਲੱਗੀ ਪਈ ਹੈ ਦੁਨੀਆ। ਹੁਣ ਦੇਖੋ ਗੋਰਖੀ ਸਾਹਿਬ, ਕਿਰਪਾ ਕਰ ਕਿਰਪਾ ਲਿਖਿਆ ਹੋਇਆ। ਹੁਣ ਕਿਰਪਾ ਜਿਹੜੀ ਹੈਗੀ, ਕਿਰਪਾ ਮਾਲਕ ਨੇ ਕਰਨੀ ਆ, ਨਾਮ ਵੱਲ ਮਾਲਕ ਨੇ ਲਾਉਣਾ ਹੈ। ਤੇ ਕਿਰਪਾ ਹੁਣ ਕਰਨ ਵਾਸਤੇ ਮਾਲਕ ਦਾ ਕੀ, ਉਹਦਾ ਜਿਹੜਾ ਹੈਗਾ ਹੁਣ ਕ੍ਰਾਈਟੇਰੀਆ ਕੀ ਹੈਗਾ, ਉਹਦੀ ਜਿਹੜੀ ਹੈਗੀ ਕਸੌਟੀ ਕਿਹੜੀ ਹੈਗੀ ਕਿਰਪਾ ਕਰਨ ਵਾਲੀ, ਕਿਵੇਂ ਕਰੂਗਾ ਕਿਰਪਾ। ਪਰ ਇੱਥੇ ਦੇਖ ਲਓ, ਆਪਣੇ ਆਪ ਪਤਾ ਲੱਗ ਜੂਗਾ ਭਾਈ। ਜਿਹੜਾ ਕਿਰਪਾ ਮੰਗਦਾ ਹੈ ਕਿਰਪਾ ਹੋ ਜਾਂਦੀ ਹੈ ਉਹਦੇ ਤੇ। ਹਾਂ ਕਿਰਪਾ ਤੇ ਇਹੋ ਹੀ ਆ ਕਿ ਜਿਹੜਾ ਡਿਮਾਂਡ ਕਰਦਾ ਹੈ ਤੇ ਕਿਰਪਾ ਹੋ ਜਾਂਦੀ ਹੈ, ਤੇ ਜਿਹੜਾ ਨਹੀਂ ਡਿਮਾਂਡ ਕਰਦਾ ਉਹ ਤੇ ਲੱਗਿਆ ਹੋਇਆ ਹੈ। ਅਨੰਤ ਜਨਮਾਂ ਤੋਂ ਆਪਾਂ ਤੁਰੇ ਆ ਰਹੇ ਹਾਂ, ਉੱਤੇ ਤਾਂ ਆਲਰੇਡੀ ਕਿਰਪਾ ਹੈਗੀ ਮਾਇਆ ਵਾਲੀ। ਦੂਜੀ ਕਿਰਪਾ ਤੇ ਪੂਰੀ ਹੈ। ਹਾਂ ਪਰ ਇਹ ਸਪੈਸ਼ਲ ਕਿਰਪਾ ਜਿਹੜੀ ਹੈ, ਸੁਰਤੀ ਨੂੰ ਉਹਨਾਂ ਚਿਰ, ਜੀਵ ਦੀ ਸੁਰਤੀ ਉਹਨਾਂ ਚਿਰ ਤੱਕ ਔਗਣਾ ਦਾ ਤਿਆਗ ਨਹੀਂ ਕਰਦੀ ਜਿੰਨਾ ਚਿਰ ਤੱਕ ਆਪਾਂ ਉਹਦੇ ਗੜੀ, ਪਿਓ ਦੇ ਗੜੀ ਅਰਦਾਸ ਨਹੀਂ ਕਰਦੇ ਕਿ ਮੇਰੇ ਪਿਤਾ, ਕਿ ਸਾਨੂੰ ਵਿਵੇਕ ਬੁੱਧੀ ਦੇਖ ਲਈ। ਤੁਸੀਂ ਦੇਖੋ ਲਾਗੇ ਬੰਨੇ ਲੋਕੀ ਕੀ ਕਰਨ ਦੇ ਆ, ਔਰ ਇਨਸਾਨ ਏਦਾਂ ਦਾ ਹੀ ਆ। ਤੁਸੀਂ ਇਹਨੂੰ ਕਿਸੇ ਵੀ ਰੂਪ ਚ ਹੈ ਦੂਜੀ ਦੀ ਚੀਜ਼ ਖੋਹ ਲੈਂਦਾ। ਹਾਂਜੀ ਨਿਜਰ ਸਾਹਿਬ। ਮੈਂ ਕਿਹਾ ਤੁਸੀਂ ਇਹਨੂੰ ਅਰਦਾਸ ਕਹਿੰਦੇ ਹੋ, ਮੈਂ ਇਹਨੂੰ ਕਹਿੰਦਾ ਡਿਮਾਂਡ ਕਹਿ ਦਿੰਦਾ। ਇਹ ਗੱਲ ਤਾਂ ਇੱਕੋ ਹੀ ਆ। ਹਾਂ ਡਿਮਾਂਡ ਵੀ, ਹਾਂ ਡਿਮਾਂਡ ਅਰਦਾਸ ਕਰ ਦੋ, ਉਹ ਵੀ ਡਿਮਾਂਡ ਹੀ ਆ। ਬਸ ਉਹ ਅਸੀਂ ਛੋਟੀ ਪਾਵਰ ਹੈਗੀ, ਅਸੀਂ ਅਰਦਾਸ ਕਰ ਦਿੰਦੇ ਆ ਕਿ ਮੇਰੇ ਪਿਤਾ ਸਾਡੇ ਵੱਲ ਧਿਆਨ ਦੇ ਥੋੜਾ ਜਿਹਾ। ਤੇ ਉਹ ਫਿਰ ਗੱਲ ਤਾਂ ਉਹ ਪਤਾ ਤਾਂ ਹੈ ਉਹਨੂੰ ਸਾਨੂੰ ਕੀ ਚਾਹੀਦਾ। ਹਾਂ ਬਸ ਉਹ ਜਾਨੀ ਜਾਣੇ ਬਿਨ ਬੋਲਿਆ ਸਭ ਕੁਝ ਜਾਣਦਾ ਸੀ ਤਾਂ ਅੱਗੇ ਕੀਤੀ ਅਰਦਾਸ। ਤੇ ਉਹਦੇ ਜਦੋਂ ਅੱਗੇ ਅਰਦਾਸ ਕਰਦੇ ਆ ਤੇ ਕੋਈ ਖੈਰ ਕਰਦਾ ਹੈ। ਬਿਲਕੁਲ। ਔਰ ਜੇ ਦੇਖਿਆ ਜਾਵੇ ਨਾ, ਸੰਗਤ ਲਾਗੇ ਬੰਨੇ ਨਜ਼ਰ ਮਾਰੋ ਨਾ, ਦੁਨੀਆ ਦਾ ਕੋਈ ਚੰਗਾ ਹਾਲ ਨਹੀਂ ਹੈਗਾ, ਕਾਫੀ ਬੁਰਾ ਹਾਲ ਹੈ। ਇਨਸਾਨ ਵੇਖ ਲੋ, ਇਨਸਾਨ ਨੂੰ ਵੇਚੀ ਜਾਂਦੇ ਆ। ਕਈ ਐਸੇ ਇਨਸਾਨ ਬੰਦੇ ਮੈਂ ਵੇਖੇ ਜਿਹੜੇ ਆਪਣੇ ਘਰ ਦਾ ਹੀ ਕਿਸੇ ਜੀਵ ਨੂੰ ਗਲਤ ਧੰਦੇ ਤੇ ਲਾ ਦਿੰਦੇ ਨੇ। ਔਰ ਦੇਖੋ ਉਹਦੇ ਜਿਸਮ ਦੀ ਕਮਾਈ ਖਾਂਦੇ ਨੇ ਲੋਕ। ਅਬ ਜਸਟ ਦੇਖੋ ਰੂਹ ਕੰਬ ਜਾਂਦੀ। कैसे ਉਹਨਾਂ ਦਾ ਰਿਜ਼ਕ कैसा है, ਕਿੰਨਾ ਖਤਰਨਾਕ। ਅਬ ਜਸਟ ਸੋਚੋ, ਕਈ ਨਿੱਕੇ ਨਿੱਕੇ ਬੱਚਿਆਂ ਨੂੰ ਵੇਚ ਆਉਂਦੇ ਨੇ। ਕਈ ਐਸੇ ਬੰਦੇ ਹੈਗੇ ਨੇ ਬੰਬੇ ਵਰਗੇ, ਦਿੱਲੀ ਵਰਗੇ ਸ਼ਹਿਰਾਂ ਚ ਛੋਟੇ ਛੋਟੇ ਬੱਚਿਆਂ ਕੋ ਭੀਖ ਮੰਗਵਾਉਂਦੇ ਨੇ। ਕੈਸੇ ਲੋਕ ਨੇ ਉਹ, ਇਹ ਖਤਰਨਾਕ।
ਕੁਦਰਤ ਨੇ ਤੈਨੂੰ ਸਿੱਖਿਆ ਬਾਣੀ ਦੇ ਵਿੱਚ, ਅਸੰਖ ਚੋਰ ਹਰਾਮਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਅਸੰਖ ਨੇ, 1-2 ਲੱਖ ਨਹੀਂ, ਅਸੰਖ ਬਾਣੀ ਚ ਕਿਹਾ, ਗਿਣਤੀ ਤੋਂ ਪਰੇ। ਤੇ ਇਹ ਕੁਦਰਤ ਹੈ, ਇਹ ਨਹੀਂ ਕਹਿੰਦੇ ਮਤਲਬ ਉਹ ਜੀਵ ਦੀ ਉਹਦੀ ਡਿਮਾਂਡ ਆ, ਕਿਸੇ ਤਰੀਕੇ ਨਾਲ ਉਹਨੇ ਏਦਾਂ ਦੇ ਕਰਮ ਕੀਤੇ, ਹੁਣ ਉਹ ਭੋਗਾਂ ਚ ਉਹ ਉਸੇ ਚੀਜ਼ ਨੂੰ ਉਹ ਲੈ ਰਿਹਾ। ਹੁਣ ਆਹ ਜਿਹੜੇ ਤੁਸੀਂ ਵੇਖਦੇ ਨਾ ਧਾਰਮਿਕ ਸਥਾਨਾਂ ਤੇ ਜਿਹੜਾ ਪੈਸਾ ਚੁੱਕ ਚੁੱਕ ਕੇ ਘਰੇ ਨੂੰ ਲਈ ਜਾਂਦੇ ਨੇ, ਦਾਨ ਦਾ ਪੈਸਾ, ਇਹ ਦਾਨ ਦਾ ਪੈਸਾ ਇਹ ਚੁੱਕ ਕੇ ਖੜਦੇ ਪਏ, ਤੇ ਇਹਨਾਂ ਨੇ ਕਿਸੇ ਸਮੇਂ ਚ ਇਸ ਚੀਜ਼ ਦੀ ਨਿਜਤ ਇੱਛਾ ਕੀਤੀ ਹੈ। ਇਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਮਾਇਆ ਤੋਂ, ਕੁਦਰਤ ਤੋਂ। ਔਰ ਵੇਖੋ, ਵੇਖ ਲਓ, ਤੁਹਾਡੀ ਗੱਲ ਸਹੀ ਹੋ, ਅੰਨਾ ਤੇ ਬੋਲਾ ਹੋ ਜਾਂਦਾ ਬੰਦਾ, ਅੰਨਾ ਤੇ ਬੋਲਾ, ਉਹਨੂੰ ਦੇਖਦਾ ਹੀ ਨਹੀਂ ਮੈਂ ਕੀ ਚੁੱਕੀ ਜਾਂਦਾ, ਐਡੀ ਅਕਲ ਤੇ ਪੜਦਾ ਪੈ ਜਾਂਦਾ ਬੰਦੇ। ਬੰਦਾ ਇਹੋ ਜਿਹੇ ਕਰਮ ਵੀ ਕਰੀ ਜਾਂਦਾ, ਉਹ ਵੇਂਦਾ ਹੀ ਨਹੀਂ। ਔਰ ਜਿੱਦਾਂ ਹੁਣ ਅਸੀਂ ਕੋਈ ਮਾੜਾ ਕਰਮ ਕਰਦੇ ਹਾਂ ਤੇ 100 ਵਾਰੀ ਗੱਲ ਮਨ ਚ ਆਉਂਦੀ ਹੈ ਕਿ ਵੀ ਕੋਸ਼ਿਸ਼ ਕੀਤੀ ਜਾਵੇ ਮਾੜਾ ਕੰਮ ਨਾ ਕੀਤਾ ਜਾਵੇ, ਕੋਸ਼ਿਸ਼ ਕੀਤੀ ਜਾਂਦੀ ਪੂਰੀ। ਤੇ ਵੇਖ ਲਓ, ਉਹ ਗੁਰਦੁਆਰੇ ਦੇ ਅੰਦਰ ਰਹਿੰਦੇ ਨੇ, ਮੰਦਿਰ ਦੇ ਅੰਦਰ ਬੈਠੇ ਨੇ, ਤੇ ਉਹ ਗ੍ਰੰਥਾਂ ਨੂੰ ਪੜ੍ਹਦੇ ਵੀ ਆ, ਸਾਰਾ ਦਿਨ ਬਾਣੀ ਚੱਲਦੀ ਹੈ, ਪਰ ਮਨ ਚ ਵੇਖ ਲਓ ਉਹਨਾਂ ਦੇ ਉਹ ਚੀਜ਼ ਅਸਰ ਹੀ ਨਹੀਂ ਕਰਦੀ ਨਜ਼ਰ ਸਾਹਿਬ। ਔਰ ਉੱਥੇ ਬਹਿ ਕੇ ਵੇਖ ਲਓ, ਉਹ ਜਿਹੜੇ ਅੰਦਰ ਰਹਿੰਦੇ ਨੇ, ਉਹ ਅੰਦਰ ਬਹਿ ਕੇ ਵੀ ਐਸਾ ਕਰਮ ਕਰ ਜਾਂਦੇ ਨੇ ਜਿਹੜਾ ਸਧਾਰਨ ਬੰਦਾ ਕਰ ਹੀ ਨਹੀਂ ਸਕਦਾ ਨਜ਼ਰ ਸਾਹਿਬ। ਬਿਲਕੁਲ। ਹੈਲੋ, ਹਾਂਜੀ ਹਾਂਜੀ, ਹਾਂ ਠੀਕ ਹੈ ਨਜ਼ਰ ਸਾਹਿਬ। ਹਾਂਜੀ, ਅੱਗੇ ਤੋਂ ਬੋਲੋ ਜੀ। ਹਾਂਜੀ, ਕਹਿੰਦੇ ਆ ਕਿ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤੇ ਮੈਂ ਚਲਾਵੇ। ਕਹਿੰਦੇ ਬਸ ਜਿਨ੍ਹਾਂ ਦੀ ਜਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਆ, ਉਹ ਜਿਹੜੇ ਭਗਤੀ ਦੀ ਜਿਹੜੀ ਹੈਗੀ ਵਿਖਮ ਮਾਰਗ ਜਿਹੜਾ ਹੈਗਾ, ਜਿਹੜਾ ਇਹ ਭਗਤਾਂ ਦੀ ਚਾਲ ਜਿਹੜੀ ਹੈ, ਇਹ ਰਸਤਾ ਜਿਹੜਾ ਹੈਗਾ, ਜਿਹੜੇ ਉਹਦੀ ਡਿਮਾਂਡ ਕਰਦੇ ਆ, ਤੇ ਤੂੰ ਉਹਨਾਂ ਨੂੰ ਗੁਰੂ ਮਿਲਾ ਦਿੰਦਾ ਹੈ, ਬ੍ਰਹਮ ਗਿਆਨੀ ਮਿਲਾ ਦਿੰਦਾ ਹੈ, ਬ੍ਰਹਮ ਗਿਆਨ ਮਿਲਾ ਦਿੰਦਾ ਹੈ, ਉਹਦੇ ਨਾਲ ਫਿਰ ਉਹ ਜਿਹੜੇ ਹੈਗੇ ਗੁਰੂ ਦੇ ਦੁਆਰਾ ਸੁੱਖ ਪਾ ਲੈਂਦੇ ਆ। ਆਹ ਜਿਹੜਾ ਹੈਗਾ ਸੱਚੇ ਕਹੇ ਨਾਨਕ ਮਹਾਰਾਜ ਬੇਨਤੀ ਕਰ ਰਿਹਾ ਕਿ ਵੇ ਮਾਲਕਾ, ਇਹ ਜਿਹੜਾ ਹੈਗਾ ਜਿਉਂ ਤੈਨੂੰ ਤੇਰੀ ਖੇਡ ਜਿਹੜੀ ਆ ਤੈਨੂੰ ਚੰਗੀ ਲੱਗਦੀ ਹੈ, ਉਸ ਤਰੀਕੇ ਦੇ ਨਾਲ ਤੂੰ ਆਪਣੀ ਖੇਡ, ਇਹ ਦੋਨੋਂ ਨੈਗੇਟਿਵ ਪੋਜ਼ਿਟਿਵਿਟੀ ਦੇ ਵਿੱਚ ਚਲਾ ਰਹੇ ਆ। ਔਰ ਜੀਵ ਜਿਹੜੇ ਹੈਗੇ, ਕਿਉਂਕਿ ਜੇ ਆਪਾਂ ਜੇ ਮਾਲਕ ਹੀ ਚਲਾ ਰਿਹਾ ਹੋਏ, ਮਾਲਕ ਨੂੰ ਜਿਵੇਂ ਪਾਉਂਦਾ ਹੈ ਉਵੇਂ ਚਲਾ ਰਿਹਾ ਹੋਏ, ਤੇ ਫਿਰ ਲੇਖਾ ਤਾਂ ਮਾਲਕ ਨੂੰ ਦੇਣਾ ਚਾਹੀਦਾ ਹੈ, ਫਿਰ ਆਪਾਂ ਨੂੰ ਲੇਖਾ ਤਾਂ ਨਹੀਂ ਦੇਣਾ ਚਾਹੀਦਾ ਭਾਈ। ਨਾਨਕ ਆਖੇ ਸੁਣ ਰੇ ਮਨਾ ਸੁਣੀ, ਨਾਨਕ ਆਖੇ ਸੁਣ ਰੇ ਮਨਾ ਸੁਣੀ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਦੇਖ ਲਓ ਭਾਈ, ਲੇਖਾ ਤਾਂ ਹੀ ਆ ਜੇ ਆਪਾਂ ਆਪਣੇ ਉੱਤੇ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਕਰਮ ਕਰਨ ਦੀ ਸੁਤੰਤਰਤਾ ਹੋਏ ਆਪਾਂ ਨੂੰ, ਤਾਂ ਭਾਈ ਜਿਹੜਾ ਹੈਗਾ ਇਹ ਦੋ ਰਸਤੇ ਹੈਗੇ, ਦੋਨਾਂ ਦੇ ਉੱਤੇ ਜਿਹੜਾ ਮਰਜ਼ੀ ਆਪਾਂ ਜਿਹੜੇ ਹੈਗੇ ਕਰਮ ਕਰ ਸਕਦੇ। ਦੇਖ ਲਓ ਕਿੰਨੇ ਜਿਹੜੇ ਹੈਗੇ, ਜਿਹੜੇ ਹਿਟਲਰ ਵਰਗਾ ਹੋਇਆ, ਔਰੰਗਜ਼ੇਬ ਵਰਗਾ ਹੋਇਆ, ਮੁਸੋਲੋਨੀ ਹੋਇਆ, ਸਟਾਲਿਨ ਹੋਇਆ, ਦੇਖ ਕਿੰਨੇ ਜਿਹੜੇ ਹੈਗੇ ਆ, ਕਿਸ ਤਰ੍ਹਾਂ ਦੇ ਜਿਹੜੇ ਕਿਹੜੇ ਲੈਵਲ ਤੱਕ ਚਲੇ ਜਾਂਦੇ ਆ ਭਾਈ। ਇਹ ਦੋਨੋਂ ਰਸਤੇ ਤੇ ਚਲਾਉਣ ਵਾਲਾ ਮਾਲਕ ਪਰਮਾਤਮਾ ਹੈ। ਹਾਂਜੀ ਗੁਰੂ ਸਾਹਿਬ। ਬਿਲਕੁਲ ਠੀਕ ਹੈ ਜੀ। ਤੇ ਅਤੋਂ ਦੁਬਾਰਾ ਬੋਲ ਦੋ, ਜਿਸ ਨੂੰ ਕਥਾ ਸੁਣਾਈ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵੇ। ਬਿਲਕੁਲ ਠੀਕ ਹੈ ਜੀ। ਤੇ ਹੁਣ ਜਦੋਂ ਪਰਮਾਤਮਾ ਤੇ ਕੀ ਕਰਦਾ, ਸੰਗਤ ਹੀ ਤੇ ਦਿੰਦਾ ਬਸ ਬੰਦੇ ਨੂੰ। ਤੁਸੀਂ ਵੇਖ ਲਓ, ਮਾੜੀ ਸੰਗਤ ਚੱਲ ਜਾਓ ਤੇ ਮਾੜੀ ਬੁੱਧੀ, ਚੰਗੀ ਸੰਗਤ ਤੇ ਚੱਲ ਜਾਓ ਭਾਵੇਂ ਮਾੜੀ ਬੁੱਧੀ ਨਿਚੇ ਉਹ ਵੀ ਚੰਗੀ ਹੋ ਜਾਂਦੀ। ਬਿਲਕੁਲ ਹੋ ਜਾਂਦੀ ਹੈ। ਹਾਂ, ਉਹ ਅਸਰ ਕਰਨਾ ਹੀ ਕਰਨਾ ਉਹਨੇ। ਹੁਣ ਕਈ ਬੰਦੇ ਏਦਾਂ ਦੇ ਹੁੰਦੇ ਆ, ਉਹ ਘਰ ਚ ਆਉਣਗੇ, ਵੇਖੋ ਘਰ ਦੀ ਆਪੋ ਹਵਾ ਹੀ ਚੇਂਜ ਕਰ ਜਾਂਦੇ। ਔਰ ਕਈ ਬੰਦੇ ਏਦਾਂ ਦੇ ਹੁੰਦੇ, ਉਹ ਘਰ ਚੋਂ ਆਉਣ ਨੂੰ ਫਿਰਦੇ ਤੇ ਸਾਡਾ ਮਨ ਕਰਦਾ ਕਿ ਘਰੇ ਨਾ ਹੀ ਆਵੇ, ਬਾਹਰੋਂ ਮੋੜ ਦੀਏ। ਬਾਣੀ ਚ ਬੰਦਾ ਉਹ ਵੀ ਹਾਂਜੀ ਬਾਣੀ ਚ ਆਉਂਦਾ ਗੁਰੂ ਸਾਹਿਬ ਕੀ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੁਆ ਗਣਕ ਉਦਾਰੇ। ਦੇਖ ਲਓ ਬਈ
ਤੋਤੇ ਨਾਲ, ਤੋਤੇ ਦੀ ਸੰਗਤ ਕਰਕੇ ਜਿਹੜੀ ਆ ਗਣਕਾ ਉੱਧਰ ਗਈ ਸੀਗੀ ਭਾਈ। ਦੇਖੋ। ਹਾਂ ਉਹ ਬਾਰ-ਬਾਰ ਕਹਿੰਦਾ ਰਿਹਾ ਹੋਣਾ। ਹਾਂ ਤੋ ਵੇਖ ਲਓ, ਸੁਣ ਕੇ ਹੀ ਉਹਦੇ ਮਨ 'ਚ ਵੀ ਆ ਗਿਆ ਕਿ ਇੱਕ ਜਾਨਵਰ, ਇੱਕ ਪਰਿੰਦਾ ਏਦਾਂ ਦਾ ਕੰਮ ਦਿਆ ਤੇ ਮੈਂ ਵੀ ਸੋਹਣਾ ਉਹ ਚੀਜ਼ ਨੂੰ ਵੇਖਾਂ, ਉਧਰ ਗਤੀ ਕਰਾਂ। ਅੱਜ ਨਜ਼ਰ ਸਾਹਿਬ ਅੱਗੇ ਚਲੀ। ਹਾਂ, ਇਹ ਸੋਹਲਾ ਸ਼ਬਦ ਸੁਹਾਵਾ। ਸੋਹਲਾ ਕਹਿੰਦੇ ਆ ਖੁਸ਼ੀ ਦਾ, ਪਰਮਾਤਮਾ ਦੇ ਮਿਲਾਪ ਦਾ ਜਿਹੜਾ ਹੈਗਾ ਮਾਰਗ, ਰਸਤਾ। ਕਹਿੰਦੇ ਸ਼ਬਦ ਹੈ ਇਹ ਭਾਈ, ਸ਼ਬਦ ਹੈ ਇਹ ਸੋਹਣਾ ਰਸਤਾ ਹੈਗਾ, ਸ਼ਬਦ ਵਾਲਾ ਰਸਤਾ। ਇਹ ਸ਼ਬਦ ਜਿਹੜਾ ਹੈਗਾ, ਜਿਹੜਾ ਸ਼ਬਦ ਅੱਖਰਾਂ ਦੇ ਵਿੱਚ ਨਹੀਂ ਆਇਆ, ਅੱਖਰਾਂ 'ਚ ਆ ਹੀ ਨਹੀਂ ਸਕਦਾ, ਅੱਖਰ ਨਹੀਂ ਬਣੇ ਉਸ ਸ਼ਬਦ ਦੇ ਵਾਸਤੇ। ਔਰ ਉਹ ਜਿਹੜੀ ਹੈਗੀ ਇਸ ਰਸਤੇ ਤੇ ਜਿਹੜਾ ਹੈਗਾ ਇਹਦੀ ਉਪਲਬਧੀ ਜਿਹੜੀ ਹੈਗੀ ਇਸ ਰਸਤੇ ਦੀ ਜਿਹੜੀ ਹੈ ਉਹਨੂੰ ਬਿਆਨ ਕਰ ਦਈਏ, ਉਹ ਆਤਮਾ ਦੇ ਵਿੱਚ ਲੀਨ, ਆਤਮਾ ਦਾ ਸੁੱਖ, ਆਤਮਿਕ ਸੁੱਖ ਉਹਨੂੰ ਦੱਸ ਸਕੀਏ, ਅੰਮ੍ਰਿਤ ਨੂੰ ਡਿਫਾਈਨ ਕਰ ਦਈਏ। ਕਹਿੰਦੇ ਨਹੀਂ ਭਾਈ ਨਹੀਂ, ਇਹ 16 ਸ਼ਬਦ ਸੁਹਾਵਾ। ਕਹਿੰਦੇ ਸ਼ਬਦ ਹੈਗਾ ਭਾਈ, ਧਿਆਨ ਸਿਮਰਨ ਹੈਗਾ ਇਹਦਾ ਧਿਆਨ ਅੰਦਰ ਆਪਣੇ ਆਪ ਜਿਹੜਾ ਹੈਗਾ ਸ਼ਬਦ ਨੇ ਪ੍ਰਗਟ ਹੋਣਾ ਹੈ। ਉਹ ਤਾਂ ਆਉਂਦਾ ਹੈ ਧੰਨ ਧੰਨ ਉਹ ਰਾਮ ਬੇਣ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੈ, ਆਇਆ ਸ਼ਬਦ ਰਾਮ ਬੇਣ। ਇਹ 16 ਸ਼ਬਦ ਸੁਹਾਵਾ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਕਹਿੰਦੇ ਭਾਈ ਹਮੇਸ਼ਾ ਹੀ ਇਹ ਖੁਸ਼ੀ ਦੇਣ ਵਾਲਾ ਆ, ਸੁਖ ਦੇਣ ਵਾਲਾ ਆ। ਇਹ ਪਰਮਾਤਮਾ ਦੀ ਭਗਤੀ, ਧਿਆਨ ਸਿਮਰਨ, ਇਹ 16 ਇਹ ਸਤਿਗੁਰੂ ਸੁਣਾਉਂਦਾ ਹੈ, ਸਤਿਗੁਰੂ ਨੇ ਸੁਣਾਉਣਾ ਹੈ, ਸਤਿਗੁਰੂ ਨੇ ਜਿਹੜਾ ਹੈਗਾ ਇਸ ਪਾਸੇ ਲਾਉਣਾ ਹੈ। ਔਰ ਜਦ ਵਿਚਾਰ ਬੰਦ ਹੋਏ ਆਟੋਮੈਟਿਕਲੀ ਜਿਹੜਾ ਸੁਣਨ ਲੱਗ ਪੈਣਾ। ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਵਸਦਾ ਹੈ ਭਾਈ, ਇਸ ਪਾਸੇ ਉਹ ਲੋਕ ਜਾਂਦੇ ਆ। ਕਹਿੰਦੇ ਜਿਨ੍ਹਾਂ ਨੇ ਪਿਛਲੇ ਜਨਮ 'ਚ ਵੀ ਕਮਾਈ ਕੀਤੀ ਆ, ਉਹਨਾਂ ਦੀ ਕਮਾਈ ਐਡ ਹੋ ਜਾਂਦੀ ਹੈ ਇਸ ਜਨਮ ਦੇ ਵਿੱਚ। ਜਿਨ੍ਹਾਂ ਨੇ ਆਲਰੇਡੀ ਪਹਿਲਾਂ ਚੁਆਇਸ ਕਰ ਲਈ ਆ, ਤੇ ਨਹੀਂ ਚੁਆਇਸ ਆਪਾਂ ਨੇ ਕੀਤੀ ਤੇ ਆਪਾਂ ਹੁਣ ਕਰ ਲਈਏ ਭਾਈ। ਨਹੀਂ ਪਿਛਲੇ ਸੰਸਕਾਰ ਹੈਗੇ, ਪਿਛਲੇ ਜਨਮ ਦੇ ਨਹੀਂ ਹੈਗੇ, ਤੇ ਹੁਣ ਆਪਾਂ ਨੂੰ ਫਰੀडम ਹੈਗੀ, ਹੁਣ ਕਰ ਸਕਦੇ ਆ ਆਪਾਂ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹਿੰਦੇ ਕਨੇਰੇ ਜਿਹੜੇ ਹੈਗੇ ਗੱਲਾਂ ਕਰਦੇ ਫਿਰਦੇ ਆ, ਗਿਆਨ ਨੂੰ ਜਿਹੜਾ ਹੈਗਾ ਖਾਲੀ ਚਰਚਾ ਕਰਦੇ ਫਿਰਦੇ ਆ ਭਾਈ। ਆਹ ਗਿਆਨ ਕਹਿੰਦਾ ਹੈ, ਆਹ ਵੇਦ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਸਾਰੇ ਬਸ ਇਹ ਖਾਲੀ ਜਿਹੜਾ ਹੈਗਾ ਇਹਦਾ ਗਿਆਨ ਜਿਹੜਾ ਹੈਗਾ, ਗਿਆਨ ਦੇ ਨਾਲ ਹੀ ਸੋਚਦੇ ਆ ਵੀ ਅਸੀਂ ਜਿਹੜੇ ਹੈਗੇ, ਅਸੀਂ ਉਹ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਦੀ ਗੱਲ ਕਰਦਾ ਹੈ, ਫਿਰ ਸੋਚਦੇ ਅਸੀਂ ਤਾਂ ਬ੍ਰਹਮ ਗਿਆਨੀ ਬਣੇ ਪਏ ਆ, ਅਸੀਂ ਤਾਂ ਪਹੁੰਚੇ ਪਏ ਆ ਮਾਲਕ ਦੇ ਦਰਬਾਰ 'ਚ। ਇੱਕ ਫਿਰੇ ਕਨੇਰੇ ਕਰੇ ਗੱਲਾਂ। ਕਹਿੰਦੇ ਕਨੇਰੇ ਹੈਗੇ ਇਹ ਜੇ ਗੱਲਾਂ ਗਾਲੜੀ ਜਿਹੜੇ ਗੱਲਾਂ ਕਰਨ ਵਾਲੇ। ਕਹਿੰਦੇ ਗੱਲੀ ਕਿਨੇ ਨਾ ਪਾਇਆ। ਕਹਿੰਦੇ ਅੱਜ ਤੱਕ ਤਾਂ ਕਿਸੇ ਨੇ ਜਿਹੜਾ ਹੈਗਾ ਖਾਲੀ ਗੱਲਾਂ ਦੇ ਨਾਲ ਤਾਂ ਨਹੀਂ ਪਾਇਆ, ਜਦ ਤੱਕ ਪ੍ਰੈਕਟੀਕਲ ਨਹੀਂ ਕਰਦਾ ਉਸਦਾ, ਉਸ ਰਸਤੇ ਤੇ ਤੁਰਦਾ ਨਹੀਂ ਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਕਹਿੰਦੇ ਸ਼ਬਦ ਜਿਹੜਾ ਹੈਗਾ ਅਨਹਦ ਸ਼ਬਦ ਅੰਦਰ ਪ੍ਰਗਟ ਹੋਣਾ ਹੈ। ਇਹ ਸੋਹਿਲਾ, ਇਹ ਸੋਹਣਾ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ, ਭਗਤੀ ਦਾ ਰਸਤਾ ਮੇਰੇ ਸਤਿਗੁਰੂ ਨੇ ਦੱਸਿਆ ਆ, ਇਹ ਸੁਣਾਇਆ ਆ ਸਤਿਗੁਰੂ ਨੇ। ਇਹ ਸ਼ਬਦ ਸੁਣਨਾ ਹੈ ਆਪਾਂ ਨੇ ਅੰਦਰੋਂ, ਸਤਿਗੁਰੂ ਨੇ ਸੁਣਾਉਣਾ ਹੈ ਇਹ ਸ਼ਬਦ। ਹਾਂਜੀ ਗੁਰੂ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਤੋਂ ਕੋ ਬੋਲਦਾ ਨਜ਼ਰ ਸਾਹਿਬ, ਇੱਕ ਫਿਰੇ ਕਨੇਰਾ। ਹਾਂ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਜਿਹੜਾ ਸਾਡਾ ਮਨ ਤੇ ਚਿੱਤ ਹੈ ਨਾ, ਇਹ ਗੱਲਾਂ ਦੇ ਨਾਲ ਸ਼ਾਂਤ ਨਹੀਂ ਜੇ ਹੋਣਾ। ਜਿੰਨਾ ਮਰਜੀ ਕੋਈ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲੈ, ਇਹਨੂੰ ਸ਼ਾਂਤ ਕਰਨ ਦਾ ਕੇਵਲ ਇੱਕੋ ਹੀ ਤਰੀਕਾ ਹੈ, ਭਗਤੀ। ਹਾਂ, ਹੋਰ ਕੋਈ ਤਰੀਕਾ ਨਹੀਂ ਹੈਗਾ। ਭਗਤੀ ਤੋਂ ਬਿਨਾਂ ਤੇ ਮੈਲ ਉਤਰਨੀ। ਬਾਣੀ ਤੋਂ ਖੁਦ ਕਿਹਾ ਮੂਤ ਪਲੀਤੀ ਕੱਪੜ ਹੋਏ, ਜਿੱਤੋਂ ਕੋ ਬੋਲਦੇ ਨਹੀਂ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਤੋਂ ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵੇ ਕੇ ਰੰਗ। ਹਾਂਜੀ, ਉਹ ਕਹਿੰਦੇ ਆ ਕਿ ਜੇ ਤੇ ਸਰਫ ਹੈਗਾ ਨਾ ਤੇਰੇ ਕੋਲ ਨਾਮ ਰੂਪੀ, ਇਹਨੇ ਉਹਦੇ ਨਾਲ ਸਾਫ਼ ਹੋਣਾ, ਕਿਉਂਕਿ ਇਹ ਕੋਈ ਸਧਾਰਨ ਗੰਦਗੀ ਨਹੀਂ ਹੈ, ਇਹ ਤੇਰੇ ਕਰਮਾਂ ਦੀ ਹੈ। ਮਤ ਤੇ ਪਾਪਾਂ, ਪਾਪ ਕੀਤੇ ਆ, ਮਤ ਆਪਣੀ ਮਤ ਵਰਤੀ ਹੈ। ਮਤ ਮਤਲਬ ਘਟੀਆ ਬੁੱਧੀ, ਸੰਸਾਰਿਕ ਬੁੱਧੀ। ਪਰਮਾਤਮਾ ਤੋਂ ਆਪੋਜ਼ਿਟ ਡਾਇਰੈਕਸ਼ਨ ਵਾਲੇ ਜਿਹੜੀ ਚੀਜ਼ ਤੁਹਾਨੂੰ ਲੈ ਕੇ ਜਾਵੇ, ਉਹ ਸਮਝ ਲਓ ਕਿ ਉਹ ਘਟੀਆ ਮਤ ਹੈ। ਜਿਹੜੀ ਮਤ ਤੁਹਾਨੂੰ
ਤੁਹਾਡੇ ਜੀਵਨ ਨੂੰ ਚੁੱਕਣਾ ਚਾਹੁੰਦੀ ਹੈ, ਪਰ ਕੱਲ ਨੂੰ ਤੁਸੀਂ ਪਿੱਛੇ ਨਜ਼ਰ ਮਾਰੋ, ਤੁਹਾਨੂੰ ਖੁਸ਼ੀ ਹੋਵੇ ਕਿ ਹਾਂ ਜਿਹੜੇ ਮੈਂ ਰੁੱਖ ਲਾਏ ਨੇ ਇਹ ਬੜੇ ਵਧੀਆ ਰੁੱਖ ਨੇ। ਇਹ ਰੁੱਖ ਕੋਈ ਮੈਂ ਕੰਡੇ ਨਹੀਂ ਲਾਏ, ਮੈਂ ਫੁੱਲ ਲਾਏ ਆ, ਫਲ ਲਾਏ ਆ। ਮੈਂ ਨਹੀਂ ਖਾਊਂਗਾ, ਕੋਈ ਹੋਰ ਖਾਊਗਾ, ਪਰ ਮੈਂ ਜਿਹੜੇ ਫਲ ਲਾਏ ਆ ਉਹ ਵਧੀਆ ਫਲ ਲਾਏ ਆ। ਫਲਾਂ ਉਹ ਮਤਲਬ ਉਹ ਐਸੇ ਰੁੱਖ ਲਾਏ ਨੇ ਜਿਹੜੇ ਚੰਗੇ ਫਲ ਦੇਣਗੇ। ਔਰ ਬਸ ਇਹ ਚੀਜ਼ ਤੁਹਾਨੂੰ ਪਿੱਛੇ ਵੇਖਣ ਤੇ ਪਤਾ ਲੱਗ ਜਾਣਾ ਤੁਹਾਡਾ ਜੀਵਨ ਕੀ ਕਹਿੰਦਾ। ਨਿੱਜਰ ਸਾਹਿਬ ਕੀ ਕਹਿੰਦੇ? ਬਿਲਕੁਲ ਠੀਕ ਹੈ ਜੀ। ਜੇ ਪਹਿਲਾਂ ਨਹੀਂ ਲਾਏ ਉਹ ਛੱਡ ਦੋ, ਹੁਣ ਵੀ ਆਪਣੇ ਕੋਲ ਟਾਈਮ ਹੈ। ਦੇਖੋ ਕਿਸਾਨ ਜਦੋਂ ਫਸਲ ਬੀਜਦਾ ਹੈ ਉਹਦੀ ਪੂਰੀ ਆਜ਼ਾਦੀ ਹੈ, ਜੋ ਮਰਜ਼ੀ ਬੀਜ ਸਕਦਾ। ਬਿਲਕੁਲ। ਪਰ ਬੀਜੂਗਾ ਫਸਲ ਜਿਹੜੀ ਉਹਦੀ ਮੰਡੀ 'ਚ ਕੀਮਤ ਉਹਦੇ ਹਿਸਾਬ ਨਾਲ ਲੱਗਣੀ ਹੈ। ਹੁਣ ਇੱਥੇ ਕਰਮ ਰੂਪੀ ਫਸਲ ਹੈ, ਪਰ ਇਹ ਭਗਤੀ ਤੋਂ ਬਿਨਾਂ ਗੱਲ ਨਹੀਂ ਬਣਦੀ। ਹੁਣ ਜਿਹੜਾ ਭਗਤੀ ਦੇ ਨਾਲ ਹੀ ਸਾਡਾ ਜਿਹੜਾ ਵਾ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ। ਗਿਆਨ ਉਦੋਂ ਕਿੱਥੋਂ ਆਉਣਾ? ਠੀਕ ਹੈ, ਗਿਆਨ ਕਿਤਾਬਾਂ 'ਚ ਨਹੀਂ ਹੈਗਾ। ਹਾਂਜੀ, ਇੱਕ ਚੀਜ਼ ਹੈ ਗੋਰਖੀ ਸਾਹਿਬ, ਦੇਖੋ ਭਗਤੀ ਤੋਂ ਬਗੈਰ ਗਿਆਨ ਨਹੀਂ ਹੋਣਾ, ਇਹ ਗੱਲ ਬਿਲਕੁਲ ਸਹੀ ਹੈ। ਪਰ ਭਗਤੀ ਕਿਵੇਂ ਕਰਨੀ ਆ ਇਹ ਤਾਂ ਗਿਆਨ ਚਾਹੀਦਾ ਹੈ। ਹਾਂ, ਉਹ ਨਿੱਜਰ ਸਾਹਿਬ ਉਹ ਸ਼ਬਦ ਬ੍ਰਹਮ ਹੈ। ਹਾਂ, ਬਿਲਕੁਲ ਸਹੀ ਗੱਲ ਹੈ। ਸ਼ਬਦ ਬ੍ਰਹਮ ਤੇ ਉਹ ਪਾਰ ਬ੍ਰਹਮ 'ਚ ਫਰਕ ਪਿਆ। ਪਾਰ ਬ੍ਰਹਮ ਮਤਲਬ ਹੁੰਦਾ ਕਿ ਉੱਥੋਂ ਗਿਆਨ ਆਉਂਦਾ। ਸ਼ਬਦ ਬ੍ਰਹਮ ਹੈ ਨਾ ਨਿੱਜਰ ਸਾਹਿਬ, ਉਹ ਤੇ ਗੁਰਮੁਖਾਂ ਦੀ ਸੰਗਤ 'ਚ ਮਿਲਣਾ। ਹਾਂ, ਪ੍ਰੇਰਨਾ ਮਿਲਣੀ ਆ ਨਿੱਜਰ ਸਾਹਿਬ। ਦੇਖੋ ਆਪਾਂ ਲੌਜੀਕਲੀ ਮੈਂ ਰੋਟੀ ਬਣਾਉਣ ਦੀ ਕਿਤਾਬ ਪੜ੍ਹ ਲੈਂਦਾ, ਰੋਟੀ ਕਿੱਦਾਂ ਬਣਦੀ ਆ ਜਾਂ ਸਬਜ਼ੀ ਕਿੱਦਾਂ ਬਣਦੀ ਆ, ਪਰ ਕਿਤਾਬ ਪੜ੍ਹਨ ਦੇ ਨਾਲ ਗੱਲ ਤੇ ਨਹੀਂ ਨਾ ਬਣਨੀ। ਸ਼ਬਦ ਬ੍ਰਹਮ ਤੇ ਇੰਨਾ ਹੀ ਕਹਿੰਦਾ ਨਾ ਕਿ ਹਾਂ ਵੀ ਰੋਟੀ ਬਣਾ ਲਾ, ਬੜੀ ਵਧੀਆ ਚੀਜ਼ ਹੈ, ਏਦਾਂ ਸਬਜ਼ੀਆਂ ਬਣਦੀਆਂ। ਪਰ ਪ੍ਰੈਕਟੀਕਲ ਜਿਹੜਾ ਉਹ ਤੇ ਭਗਤੀ ਤੋਂ ਬਾਅਦ ਹੀ ਪਤਾ ਲੱਗਣਾ ਨਾ। ਅਸਲ ਚ ਵਿਧੀ ਵਰਤਣ ਤੋਂ ਬਾਅਦ ਹੁਣ ਡਾਕਟਰ ਜਿਹੜਾ ਵਾ ਉਹ ਪੜ੍ਹਾਈ ਤੇ ਕਰਦਾ ਹੈ, ਪਰ ਅਸਲੀ ਤੇ ਪ੍ਰੈਕਟੀਕਲ ਜਦੋਂ ਕਰਦਾ ਹੈ ਉਹ ਓਰੀਜਨਲ ਵਧੀਆ ਡਾਕਟਰ ਨਾਲ ਬਹਿੰਦਾ, ਉਸ ਤੋਂ ਬਾਅਦ ਹੀ ਤੈਨੂੰ ਗਿਆਨ ਹੁੰਦਾ ਨਾ ਆਪਰੇਸ਼ਨ ਕਿੱਦਾਂ ਹੋਣਾ। ਆਪਾਂ ਕੋਈ ਵੀ ਜਿੱਦਾਂ ਹੁਣ ਗ੍ਰੰਥ ਜਿਹੜੇ ਆਪਾਂ ਨੂੰ ਕਹਿੰਦੇ ਨੇ ਕਿ ਇਹ ਚੀਜ਼ ਜਿਹੜੀ ਤੇਰੀ ਅਵਸਥਾ ਬਣੂਗੀ, ਉਹ ਪੜ੍ਹਨ ਦੇ ਨਾਲ ਥੋੜੀ ਬਣਨੀ। ਆਨੰਦ ਨਾਲ ਪੜ੍ਹਨ ਦੇ ਨਾਲ ਤੇ ਨਹੀਂ ਵੱਜਣਾ। ਹਾਂ, ਬਿਲਕੁਲ। ਉਹ ਤਾਂ ਆਪਾਂ ਨੂੰ ਜਿਹੜੀ ਰੋਟੀ ਜਿਹੜੀ ਜਿਵੇਂ ਕਹਿ ਰਹੇ ਆ ਉਵੇਂ ਰੋਟੀ ਪਕਾਉਣੀ ਪੈਣੀ ਆ, ਭਾਵੇਂ ਜਿਹੜਾ ਪਹਿਲੀ ਵਾਰੀ ਗਲਤ ਪੱਕ ਜੇ ਕੋਈ ਗੱਲ ਨਹੀਂ ਆ, ਤੇ ਦੂਜੀ ਵਾਰੀ ਸਹੀ ਹੋ ਜੂਗੀ, ਤੀਜੀ ਵਾਰੀ ਸਹੀ ਹੋ ਜੂਗੀ। ਜੇ ਜਿਹੜਾ ਪਕਾਉਣ ਲੱਗਿਆ ਉਹਦੀ ਤਾਂ ਪੱਕ ਹੀ ਜਾਣੀ ਹੈ ਕਦੀ ਨਾ ਕਦੀ। ਹਾਂ, ਗੱਲ ਤੇ ਨਿੱਜਰ ਤਾਂ ਪੱਕਣੀ ਉਹਦੀ ਜਿਹਨੇ ਪਕਾਉਣੀ ਹੈ ਨਾ। ਹਾਂ, ਤੇ ਜਿਹਨੇ ਵੇਲੇ ਨੂੰ ਹੱਥ ਨਹੀਂ ਲਾਉਣਾ ਉਹਦੀ ਕਿੱਥੋਂ ਪੱਕ ਜੂਗੀ? ਬਿਲਕੁਲ ਸਹੀ ਗੱਲ ਹੈ। ਤੇ ਬਾਣੀ ਤਾਂ ਹੀ ਉਹ ਕਹਿੰਦੀ ਹੈ ਕਿਤਾਬਾਂ ਪੜ੍ਹ ਲਈਆਂ ਤੂੰ, ਰੋਟੀ ਦੇ ਬਾਰੀਆਂ ਬੜੀਆਂ ਕਿਤਾਬਾਂ ਪੜ੍ਹ ਲਈਆਂ ਤੇ ਹੁਣ ਏਦਾਂ ਕਰਕੇ 1.5 ਕਿਲੋ ਆਟਾ ਕੱਢ ਲਾ ਢੋਲੇ ਚੋਂ। ਬਿਲਕੁਲ। ਤੇ ਪਾਣੀ ਪੂਣੀ ਪਾ ਕੇ ਤੇ ਵਾਧਾ ਘਾਟਾ ਹੋ ਜਾਊਗਾ, ਪਰ ਤੂੰ ਟਰਾਈ ਤੇ ਕਰ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਇਹ ਤੈਨੂੰ ਉਹ ਜਿਹੜੀ ਆਪਾਂ ਸ਼ਬਦ ਬ੍ਰਹਮ ਪੜ੍ਹਦੇ ਨੇ ਜੈਸਾ ਉਹ ਕੇਵਲ ਥਿਊਰੀ ਆ। ਹਾਂ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਰ ਥਿਊਰੀ ਹੁਣ ਥਿਊਰੀ ਜਿਹਦੇ ਵਿੱਚ ਉਹ ਥਿਊਰੀ, ਮੈਂ ਨਹੀਂ ਕਹਿੰਦਾ ਥਿਊਰੀ ਮਾੜੀ ਹੈ, ਥਿਊਰੀ ਤੇ ਬੇਸ ਹੈ ਉਹਦਾ। ਪਰ ਥਿਊਰੀ ਔਰ ਓਰੀਜਨਲ ਜਿਹੜਾ ਮੈਂ ਸਿੱਖ ਲੈਣਾ ਕਲਾ ਨੂੰ, ਉਹ ਤੇ ਫਿਰ ਗੁਰਮੁਖਾਂ ਦੀ ਸੰਗਤ ਕਿਤੇ ਮੈਨੂੰ ਸਿੱਖਣਾ ਪੈਣਾ ਨਾ। ਉਹ ਵੀ ਸਹੀ ਹੈ, ਕਿਉਂਕਿ ਬੜੀਆਂ ਗੱਲ ਬਣੇ ਅੱਜ ਦੁਨੀਆ ਇੰਨੀ ਥਿਊਰੀ ਪੜ੍ਹ ਕੇ ਬੈਠੀ, ਸਾਰੇ ਤੇ ਬ੍ਰਹਮ ਗਿਆਨੀ ਨੇ। ਤੁਸੀਂ ਤੇ ਚੱਲ ਜਾਓ ਅਕਾਂਤੀ ਕੁਸ਼ਤੀ ਚ, ਉਹਨਾਂ ਨੂੰ ਸਾਰੇ ਗ੍ਰੰਥ ਆਉਂਦੇ ਮੁੰਡਿਆਂ ਨੂੰ, ਛੋਟੇ ਛੋਟੇ ਬੰਦੇ ਨੂੰ, ਆਮ ਹੀ ਸਾਰਿਆਂ ਨੂੰ, ਉਹਨਾਂ ਨੂੰ ਸਾਰੇ ਵੇਦ ਪੁੱਛ ਲਓ ਕਿਹੜੇ ਕਿਹੜੇ ਇੱਕ ਵੇਦ ਦੀ ਤੁਹਾਨੂੰ ਤੁਕ ਸੁਣਾ ਦੇਣਗੇ। ਬਿਲਕੁਲ ਸਹੀ ਗੱਲ ਹੈ। ਗੱਲ ਤੇ ਇਹ ਇਕੱਲੀ ਥਿਊਰੀ ਪੜ੍ਹੀ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਗੁਰਮੁਖ ਜਿਹੜੇ ਹੈਗੇ ਉਹ ਇਮੀਡੀਏਟਲੀ ਦੇਅਰ ਐਂਡ ਦੈਨ ਜਿਹੜਾ ਹੈਗਾ ਕਰੈਕਸ਼ਨ ਕਰ ਦਿੰਦੇ ਆ, ਕਿਉਂਕਿ ਸ਼ਬਦ ਬ੍ਰਹਮ ਨੇ ਕਰੈਕਸ਼ਨ ਨਹੀਂ ਕਰਨੀ। ਵਿੱਚ ਹੁਣ ਸਾਰੇ ਜਿੰਨੇ ਵੀ ਸਾਇੰਸ ਦੇ ਸਟੂਡੈਂਟ ਨੇ ਉਹ ਜਾਣਦੇ ਨੇ ਥਿਊਰੀ ਵੀ ਜ਼ਰੂਰੀ ਹੈ। ਪਹਿਲਾਂ ਥਿਊਰੀ ਪੜ੍ਹਨੀ ਪੈਣੀ ਹੈ, ਸਮਝਣੀ ਪੈਣੀ ਹੈ, ਫੰਡਾਮੈਂਟਲ ਕਲੀਅਰ ਹੋਣਗੇ, ਉਸ ਤੋਂ ਬਾਅਦ ਗੱਲ ਪ੍ਰੈਕਟੀਕਲ ਕਰਨ ਨਾਲ ਬਣਦੀ ਆ। ਬਸ ਇਹ ਬਿਲਕੁਲ ਸਹੀ ਗੱਲ ਹੈ, ਪ੍ਰੈਕਟੀਕਲ ਕਰਨਾ ਹੀ ਪੈਣਾ, ਨਹੀਂ ਕੁਛ ਨਹੀਂ ਬਣਨਾ। ਕੱਲੀ ਥਿਊਰੀ ਹੀ, ਉਹ ਕੱਲਾ ਗਿਆਨ ਹੀ ਰਹਿ ਜਾਣਾ ਤੁਹਾਡੇ ਕੋਲੇ ਬਸ। ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ। ਹਾਂ, ਤੇ ਹੁਣ ਨਿੱਜਰ ਸਾਹਿਬ ITI ਦਾ ਜਿਹੜਾ ਕਾਲਜ ਆ, ਸਕੂਲ ਹੈ, ਮੈਂ ਛੋਟੀ ਗੱਲ ਕਰਦਾ, ਉਸ ਤੋਂ ਇਲਾਵਾ ਉਹ 2-3 ਮਹੀਨੇ ਦੀ ਅਪ੍ਰੈਂਟਿਸਸ਼ਿਪ ਤੇ ਭੇਜਦੇ ਬੱਚੇ ਨੂੰ। ਜਾ ਕੇ ਤੂੰ ਇੰਜਨ ਤੇ ਕਿਤਾਬਾਂ ਚ ਤੇ ਵੇਖ ਲੈ, ਹੁਣ ਅਸਲੀ ਇੰਜਨ ਜਾ ਕੇ ਵੇਖ। ਹਾਂ, ਫੈਕਟਰੀਆਂ ਚ ਲਾਉਂਦੇ ਆ ਡਿਊਟੀ ਉਹਨਾਂ ਦੀ ਫ੍ਰੀ।
ਤਾਂ ਤੁਸੀਂ ਦੱਸੋ, ਤੁਹਾਡੀ ਤੇ ਲੈਣੀ ਉਹ ਨਾ, ਉਹ ਵੇਖੋ ਭੇਜਦੇ ਆ ਨਾ ਵੱਡੇ ਵੱਡੇ ਇੰਜਨ, ਫਿਰ ਵੇਂਦੇ ਆ ਉਹ, ਫਿਰ ਉੱਥੇ ਵੇਂਦੇ ਜਿਹੜੇ ਕਿਤਾਬਾਂ 'ਚ ਪੜ੍ਹੇ ਉਹ ਹੋਰ ਚੀਜ਼ ਕਿ ਇੱਥੇ ਓਰੀਜਨਲ ਤੇ ਕੁਝ ਹੋ ਰਿਹਾ। ਹਾਂ, ਹੋ ਸਕਦਾ ਕਿ ਉਹ ਜਿੱਦਾਂ ਮਕੈਨਿਕ ਨੂੰ ਥਿਊਰੀ ਦੇ ਤਰੀਕੇ ਨਾਲ ਸਮਝਾਇਆ ਹੋਵੇ, ਉਹ ਜਿਹੜਾ ਬੰਦਾ ਪ੍ਰੈਕਟੀਕਲ ਕਰਦਾ ਉਹ ਹੋਰ ਹੀ ਤਰੀਕੇ ਨਾਲ ਕਰਦਾ ਹੋਵੇ, ਉਹਨੇ ਕਿ ਆਪਣੀ ਕਾਰਡ ਕੱਢ ਲਈ ਹੋਵੇ। ਨਿੱਜਰ ਸਾਹਿਬ ਬਿਲਕੁਲ ਇਹੀ ਗੱਲ ਪਾ, ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀ। ਹਾਂਜੀ ਬਸ ਜੀ, ਹੋ ਗਿਆ। ਅੱਛਾ ਜੀ, ਸਾਰੇ ਠੀਕ ਹੈ, ਚਲੋ ਆ ਬਾਕੀ ਕੋਈ ਹੋਰ ਡਿਸਕਸ ਕਰਨਾ ਤੁਸੀਂ ਹੈਗੇ 2-4 ਮਿੰਟ ਆਪਣੇ? ਬਸ ਇਹੀ ਹੈਗਾ ਗੋਰਖੀ ਸਾਹਿਬ ਕਿ ਦੇਖੋ ਜਿਹੜਾ ਹੈਗਾ ਗੁਰੂ ਦੀ ਜਿਹੜੀ ਹੈਗੀ, ਆਪਾਂ ਨੇ ਜਿਹੜਾ ਹੈਗਾ ਇਹ ਸ਼ਬਦ ਬ੍ਰਹਮ ਤੋਂ ਚੱਲ ਪਏ ਜਾਂ ਕਿਸੇ ਗੁਰਮੁਖਾਂ ਤੋਂ ਜਿਹੜਾ ਹੈਗਾ ਆਪਾਂ ਨੇ ਐਡਵਾਈਸ ਲੈ ਲਈ, ਤੇ ਪ੍ਰੈਕਟੀਕਲ ਜਿਹੜਾ ਰਿੰਗ ਦੇ ਵਿੱਚ ਜਿਹੜਾ ਹੈਗਾ ਕਰਨਾ ਤਾਂ ਆਪਾਂ ਨੂੰ ਹੀ ਪੈਣਾ ਹੈ। ਔਰ ਜਿਹੜਾ ਹੈਗਾ ਇਹ ਧਿਆਨ ਵਾਲਾ ਰਸਤਾ ਐਸਾ, ਧਿਆਨ ਦੀ ਗੱਲ ਕਰਦੀ ਹੈ ਨਾ ਬਾਣੀ, ਤਾਂ ਅਲਟੀਮੇਟਲੀ ਫਾਈਨਲੀ ਧਿਆਨ ਦੇ ਉੱਤੇ ਆ ਕੇ ਨਿਬੜਦੀ ਹੈ ਗੱਲ। ਔਰ ਧਿਆਨ ਜਿਹੜਾ ਹੈਗਾ ਕਿਵੇਂ ਲੱਗਣਾ ਆ, ਉਹ ਜਿਹੜਾ ਹੈਗਾ ਆ ਜਿਹੜਾ ਆਪਾਂ ਹੁਣ ਦੇਖ ਲਓ ਧਿਆਨ ਸਿਮਰਨ ਕਰ ਰਹੇ ਹਾਂ ਆਪਾਂ, ਆਟੋਮੈਟਿਕਲੀ ਜਿਹੜੇ ਹੈਗੇ ਪ੍ਰੈਕਟੀਕਲ ਕਰ ਰਹੇ ਹਾਂ। ਔਰ ਸ਼ਬਦ ਜਿਹੜਾ ਹੈਗਾ ਅੰਦਰ ਕਈਆਂ ਦੇ ਅੰਦਰ ਪ੍ਰਗਟ ਹੋਏ ਹੋਏ ਆ ਸ਼ਬਦ ਜਿਹੜੇ ਹੈਗੇ, ਉਸ ਤੋਂ ਬਗੈਰ ਕਹਿੰਦੇ ਆ ਗੱਲ ਬਣਨੀ ਨਹੀਂ ਹੈ ਭਾਈ। ਆਹੀ ਰਸਤਾ ਹੈਗਾ, ਇਹੀ ਗਿਆਨ ਹੈਗਾ, ਇਹ ਔਰ ਪ੍ਰੈਕਟੀਕਲ ਕਰਾਂਗੇ ਜਿਹੜੇ ਹੈਗੇ ਤਾਂ। ਔਰ ਸਟਾਰਟ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੇ ਧਿਆਨ ਸਿਮਰਨ ਜਿਹੜਾ ਸ਼ੁਰੂ ਕਰਾਂਗੇ ਤੇ ਆਪਾਂ ਫਿਰ ਕੀ ਹੁੰਦਾ, ਆਪਣੇ ਅੰਦਰੋਂ ਮੈਲ ਜਾਣੀ ਸ਼ੁਰੂ ਹੋ ਜਾਂਦੀ ਹੈ। ਬਸ ਆਹੀ ਇੰਨੀ ਹੈਗੀ ਹੈ। ਇਹ ਮੈਲ ਜਿਉਂ ਮੈਲ ਨਿਕਲਦੀ ਜਾਓਗੇ ਤਿਉਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜੀਵਨ ਸੁਖੀ ਹੁੰਦਾ ਜਾਏਗਾ। ਵੀਰ ਜੀ ਆਪਾਂ ਨੂੰ ਜਿਹੜੀ ਸੰਗਤ ਵੀ ਕਰਦੇ ਆ, ਜਿਹੜੀ ਮੈਂ ਪਰਸਨਲ ਲੈਵਲ ਤੇ ਗੱਲ ਕਰ ਰਿਹਾ ਜੀ, ਹਾਂਜੀ ਹਾਂਜੀ, ਇਹ ਸੰਗਤ ਵੀ ਬਹੁਤ ਜ਼ਰੂਰੀ ਆ, ਕਿਉਂਕਿ ਇਹ ਇੱਕ ਕਿਸਮ ਦਾ ਸਪੋਰਟ ਸਿਸਟਮ ਹੈਗਾ। ਆਪਾਂ ਥਿਊਰੀ ਪੜ੍ਹ ਲਈ ਹਨਾ, ਤੇ ਜਿਹੜੀ ਸੰਗਤ ਆ ਇਹ ਆਪਾਂ ਨੂੰ ਸਪੋਰਟ ਕਰਦੀ ਆ। ਹਰ ਰੋਜ਼ ਥੋੜੀ ਮੈਂ ਸੋਚਦਾ ਵੀ ਆਪਾਂ ਨੂੰ ਦਵਾਈ ਮਿਲ ਰਹੀ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਧਿਆਨ ਸਿਮਰਨ ਕਰਦੇ ਆ, ਪ੍ਰੈਕਟੀਕਲ ਕਰਦੇ ਆ, ਫੇਰ ਹੀ ਅੱਗੇ ਚੱਲ ਹੁੰਦਾ ਵਾ। ਇਹ ਸੰਗਤ ਵੀ ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਨਹੀਂ ਕਰਾਂਗੇ ਤੇ ਮੈਲ ਭਰਨੀ ਆ ਭਾਈ। ਉਹ ਨਿਜਰ ਦਾ ਪਤਾ ਕੀ ਆ ਕਿ ਸਾਡੀਆਂ ਜਿਹੜੀਆਂ ਇੰਦਰੀਆਂ ਨਾ, ਹਾਂਜੀ ਹਾਂਜੀ, ਇਹਨਾਂ ਦਾ ਸੁਭਾਅ ਹੈਗਾ ਗ੍ਰਹਿਣ ਕਰਨਾ। ਕੋਈ ਵੀ ਚੀਜ਼ ਹੈ ਨਾ ਗ੍ਰਹਿਣ ਕਰਨੀ। ਤੁਸੀਂ ਚੰਗੀ ਜਗ੍ਹਾ ਤੇ ਬਹਿ ਜਾਓਗੇ ਨਾ, ਤੁਸੀਂ ਜਿੰਨੀਆਂ ਮਰਜ਼ੀ ਕੰਨਾਂ ਚੁੰਗਲਾਂ ਦੇ ਕੇ ਵੇਖ ਲਓ, ਚੰਗੀਆਂ ਗੱਲਾਂ ਤੁਹਾਡੇ ਦਿਮਾਗ 'ਚ ਪੈ ਹੀ ਜਾਣੀਆਂ, ਬਿਲਕੁਲ। ਜੇ ਆਪਾਂ ਬੁਰੀ ਜਗ੍ਹਾ ਚੱਲ ਗਏ ਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ 2-4 ਗੱਲਾਂ ਸਾਡੇ ਦਿਮਾਗ 'ਚ ਪੜ ਹੀ ਜਾਣੀਆਂ। ਕਿਉਂਕਿ ਇੰਦਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਵਿਸ਼ਾ ਹੀ ਇਹੋ ਆ, ਚੀਜ਼ ਨੂੰ ਗ੍ਰਹਿਣ ਕਰਨਾ। ਤੇ ਹੁਣ ਜਿੱਦਾਂ ਦੀ ਆਪਾਂ ਨੂੰ ਸੰਗਤ ਮਿਲਦੀ ਹੈ ਉਸੇ ਤਰ੍ਹਾਂ ਦੀ ਰੰਗਤ ਆ ਜਾਂਦੀ ਹੈ। ਹੁਣ ਦੇਖੋ ਪਰ ਇੱਕ ਗੱਲ ਹੈਗੀ ਆ, ਭਗਤੀ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਮਨ ਕਿੰਨਾ ਵੇਖੋ ਚੰਚਲ ਹੈ, ਕਿੱਦਾਂ ਭੱਜਾ ਫਿਰਦਾ, ਉੱਡਿਆ ਫਿਰਦਾ, ਤੇ ਤੁਹਾਨੂੰ ਕਹਿੰਦਾ ਚਲੋ ਉੱਠ ਜੀਏ 2 ਮਿੰਟ 4 ਮਿੰਟ ਘੜੀ ਵੇਖੀ ਜਾਂਦਾ। ਪਰ ਜਦੋਂ ਇਸ ਨੂੰ ਆਨੰਦ ਆਉਂਦਾ ਪੈਂਦਾ, ਜਦੋਂ ਸਥਿਰ ਹੋਣ ਲੱਗ ਜਾਂਦਾ, ਤੇ ਫਿਰ ਵੇਖੋ ਕਿੰਨਾ ਚ ਬੈਠਾ ਹੁੰਦਾ ਨਿਜਰ ਸਾਹਿਬ, ਘੰਟਾ 1.5 ਘੰਟਾ ਕਹਿੰਦਾ ਹੀ ਕੁਛ ਨਹੀਂ। ਬਿਲਕੁਲ, ਹਾਂਜੀ ਨਿਜਰ ਸਾਹਿਬ, ਹਾਂਜੀ ਬਿਲਕੁਲ ਸਹੀ ਹੈ ਜੀ। ਸ਼ੁਰੂ ਚ ਇਹ ਵੇਖੋ ਕਿੱਦਾਂ ਬਗਾਵਤ ਕਰਦਾ, ਕਿੱਦਾਂ ਇਹ ਆਪਣੇ ਪੈਂਤੜੇ ਬਦਲਦਾ ਹੈ, ਕਿਸੇ ਤਰੀਕੇ ਨਾਲ ਤੁਹਾਨੂੰ ਤੋੜਨਾ ਵੀ ਚਾਹੁੰਦਾ। ਪਰ ਜਦੋਂ ਵੇਖੋ ਜਦੋਂ ਆਪਣੀ ਸੁਰਤੀ ਇਕਾਗਰ ਹੋਣ ਲੱਗ ਪੈਂਦੀ ਆ, ਆਪਾਂ ਨਿਰਵਿਚਾਰ ਹੋਣ ਲੱਗ ਪੈਂਦੇ ਆ, ਤੇ ਵੇਖੋ ਇਹਦੀ ਇੱਕਦਮ ਸੋਚ ਬਦਲ ਜਾਂਦੀ ਹੈ। ਫਿਰ ਸਾਨੂੰ ਸਪੋਰਟ ਕਰਨ ਲੱਗ ਪੈਂਦਾ। ਪਰ ਸੰਗਤ ਦਾ ਇਹ ਫਾਇਦਾ ਨਿਜਰ ਸਾਹਿਬ ਕਿ ਜਿੱਦਾਂ ਸੰਗਤ ਮੈਂ ਮਹਿਸੂਸ ਕਰਦਾ ਹੈ ਕਿ ਪਹਿਲਾਂ ਵੀ ਵਿਚਾਰ ਕੀਤਾ ਸੀ, ਕਹਿੰਦੇ ਕਿ ਜੇ ਤੇ ਤੇਜ਼ ਚੱਲਣਾ ਹੋਵੇ ਨਾ ਤਾਂ ਇਕੱਲੇ ਚੱਲੋ, ਜੇ ਤੁਸੀਂ ਤੇਜ਼ ਚੱਲਣਾ ਹੈ ਨਾ ਤੇ ਇਕੱਲੇ ਚੱਲੋ, ਤੇ ਜੇ ਤੁਸੀਂ ਦੂਰ ਜਾਣਾ ਹੈ ਨਾ ਫਿਰ ਇਕੱਠੇ ਚੱਲੋ। ਕਿਉਂਕਿ ਮੈਂ ਅਕਸਰ ਮੈਂ ਸਾਧਕ ਹੁਣ ਕਾਫੀ ਕਿਸਮ ਦੇ ਬੰਦਿਆਂ ਨਾਲ ਮੈਂ ਮਿਲਿਆ, ਉਹ ਜਦੋਂ ਸੰਗਤ ਛੱਡ ਕੇ ਸਾਈਡ ਤੇ ਹੋ ਗਏ ਨਾ ਤੇ ਰਹਿ ਗਏ। ਬਿਲਕੁਲ ਰਹਿ ਗਏ ਜੀ, ਬਿਲਕੁਲ ਸਹੀ ਗੱਲ। ਕਿਉਂਕਿ ਜਦੋਂ ਇਕੱਲਾ ਹੁੰਦਾ ਨਾ ਬੰਦਾ ਡਿੱਗ ਜੂ, ਤੁਹਾਨੂੰ ਚੁੱਕੂ ਕੌਣ ਦੱਸੋ ਮੈਨੂੰ? ਕੌਣ ਚੁੱਕੂਗਾ? ਮੈਂ ਮੰਨ ਲਓ ਕਿ ਅਣਜਾਣ ਰਸਤੇ ਤੇ ਤੁਰਿਆ ਜਾਣਾ, ਉੱਥੇ ਤੇ ਹੁਣ ਮੈਂ ਡਿੱਗ ਪਿਆ, ਮੈਨੂੰ ਸਪੋਰਟ ਕਿੰਨੇ ਕਰਨੀ? ਹੁਣ ਘਰ 'ਚ ਆਪਣਾ ਕੋਈ ਬੰਦਾ ਬਿਮਾਰ ਹੋ ਜਾਂਦਾ ਤੇ ਦੂਜੇ 4-5 ਜੀ ਪੂਰਾ ਜ਼ੋਰ ਲਾਉਂਦੇ ਕਿਸੇ ਤਰੀਕੇ ਨਾਲ ਉਹਨੂੰ
ਕੋਈ ਦਾ ਸਿਰ ਘੁੱਟਦਾ, ਕੋਈ ਦੀਆਂ ਲੱਤਾਂ ਘੁੱਟਦਾ ਹੈ, ਕੋਈ ਡਾਕਟਰ ਕੋਲ ਦਵਾਈ ਲਿਆਉਂਦਾ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਬੰਦਾ ਸਾਡਾ ਕਮਜ਼ੋਰ ਹੈ ਇਹਨੂੰ ਠੀਕ ਕੀਤਾ ਜਾਵੇ। ਨਹੀਂ ਜਿਸ ਤਰ੍ਹਾਂ ਇਸੇ ਲਈ ਆਪਾਂ ਇਕੱਠੇ ਰਹੀਏ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਪਾਂ ਇੱਕ ਦੂਜੇ ਨੂੰ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ, ਏਦਾਂ ਹੀ ਦੁਨੀਆ ਚੱਲਦੀ। ਉਸੇ ਤਰ੍ਹਾਂ ਸੰਗਤ ਹੈ, ਸੰਗਤ ਵੀ ਜਿਹੜੀ ਹੁੰਦੀ ਆ, ਚੰਗੀ ਸੰਗਤ ਜਿਹੜੀ ਆ ਉਹ ਪ੍ਰਮਾਤਮਾ ਦੀ ਹੀ ਸੰਗਤ ਹੈ। ਔਰ ਚੰਗੀ ਸੰਗਤ ਦੇ ਵਿੱਚ ਤੁਹਾਨੂੰ ਇੰਨਾ ਫਾਇਦਾ ਹੋਊਗਾ ਕਿ ਉਹ ਸੰਗਤ ਸਹੀ ਹੈ ਜਾਂ ਗਲਤ, ਤੁਹਾਡਾ ਜੀਵਨ ਉੱਪਰ ਨੂੰ ਆ ਜਾਏਗਾ, ਤੁਹਾਡੇ ਜੀਵਨ ਦੀ ਡਾਇਰੈਕਸ਼ਨ ਬਦਲੇਗੀ, ਪੱਕਾ ਬਦਲੇਗੀ, ਗਰੰਟੀ ਹੈ। ਤੇ ਜੇ ਸੰਗਤ ਬਰਾਬਰ ਨਹੀਂ ਹੈਗੀ ਤੇ ਭਾਵੇਂ ਤੁਸੀਂ ਜਿੰਨੀ ਮਰਜ਼ੀ ਕਰਕੇ ਵੇਖ ਲਿਓ, ਉਹ ਤੁਹਾਡੇ ਜੀਵਨ 'ਚ ਚੇਂਜ ਨਹੀਂ ਹੋਣੀ। ਫਿਰ ਉਹ ਗੱਲ ਹੋ ਜਾਣੀ ਹੈ, ਕਹਿੰਦੇ ਰਾਮ ਰਾਮ ਕਰਤਾ ਜਗ ਫਿਰੇ ਤੇ ਰਾਮ ਨਾ ਪਾਇਆ ਜਾਏ। ਰਾਮ ਰਾਮ ਕਰਤਾ ਜਗ ਹੀ ਫਿਰਦਾ, ਪਰ ਉਹ ਗੱਲ ਨਹੀਂ ਬਣਦੀ। ਪਰ ਜਿੱਥੇ ਸਹੀ ਸੰਗਤ ਹੈਗੀ ਆ, ਉਹਦੀ ਪਰਖ ਇੱਥੇ ਆ, ਉਹ ਉੱਥੇ ਜੋ ਵੀ ਗੱਲ ਕਹਿਣਗੇ ਉਹ ਤੁਹਾਡੇ ਮਨ ਨੇ ਉਹਦਾ ਕਹਿਣਾ ਮੰਨਣਾ। ਉਹ ਤਾਂ ਭਾਵੇਂ ਜੋ ਮਰਜ਼ੀ ਕਹਿ ਲਓ, ਮਨ ਸੁਣਦਾ ਨਹੀਂ ਕਿਸੇ ਦੀ। ਪਰ ਜਿੱਥੇ ਵੀ ਚੰਗੀ ਸੰਗਤ ਹੈਗੀ ਨਾ, ਉਹਨੇ ਮਨ ਤੇ ਬਹੁਤ ਗਹਿਰੀ ਸੱਟ ਮਾਰਨੀ, ਪਰ ਮਨ ਪੱਕਾ ਉੱਠੂਗਾ। ਹਾਂਜੀ, ਠੀਕ ਹੈ ਨੀਚੇ ਸਾਹਿਬ। ਹਾਂਜੀ, ਅੱਜ ਦੇ ਵਿਚਾਰ ਇੱਥੇ ਹੀ ਸਮਾਪਤ। ਬਿਲਕੁਲ ਠੀਕ ਹੈ ਜੀ।